ਇੱਕ ਬੜੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਅਤੇ ਇੱਕ 3 ਭਰਾ ਸੀਗੇ ਅੱਛਾ ਜੀ। ਅਤੇ ਦੋ ਤਾਂ ਬਹੁਤ ਚੁਸਤ ਸ਼ਰਾਰਤੀ ਗੇ। ਇੱਕ ਬੰਦਾ ਥੋੜ੍ਹਾ ਜਿਹਾ ਨਰਮ ਸੀਗਾ, ਜਿਹੜਾ ਕਦੇ ਵਾਸਤੇ ਵੀ ਜਿਹੜਾ ਸਿੱਧਾ ਜਿਹਾ ਬੰਦਾ ਹੁੰਦਾ ਉਹਨੂੰ ਲੋਕ ਫਿਰ ਜ਼ਿਆਦਾ ਤੰਗ ਕਰਦੇ ਨੇ, ਨਹੀਂ ਦੇਖਦੇ ਵੀ ਇਹ ਯਾਰ ਬੰਦਾ ਸਿੱਧਾ ਹੈ। ਉਹ ਲੋਕਾਂ ਭਾਂਦਾ ਸਿੱਧਾ ਹੁੰਦਾ, ਪਰਮਾਤਮਾ ਕਨੀ ਉਹਦਾ ਬਹੁਤ ਧਿਆਨ ਹੁੰਦਾ। ਉਹ ਜਿਹੜੇ ਦੂਜੇ ਪੂਰੇ ਸ਼ਰਾਰਤੀ ਅਤੇ ਉਹਨਾਂ ਨੇ ਭਈ ਉਹ ਛੜਾ ਰੱਖ ਲਿਆ, ਆਪ ਵਿਆਹ ਕਰਾ ਲਿਆ, ਦੋਨੇ ਸਕੀਆਂ ਭੈਣਾਂ ਲਿਆਂਦੀਆਂ। ਉਹਦਾ ਨਾਂ ਬੁੱਧੂ ਤੀ। ਨੌਵੀਂ ਦੁਨੀਆ ਉਹ ਜਿਹੀ ਦੇਖ ਕੇ ਧਰਦੀ ਹੁੰਦੀ ਹੈ। ਅਤੇ ਭਈ ਜਦੋਂ ਉਹ ਕੰਮ ਧੰਦਾ ਉਹਦਾ ਬੁੱਧੂ ਤੋਂ ਹੀ ਕਰਾਇਆ ਕਰਨ ਸਾਰਾ, ਕੱਖ ਕੰਡਾ ਹੋਰ ਸਾਰਾ ਕੁਛ। ਅਤੇ ਨਾਲੇ ਜਦੋਂ ਮਾੜਾ ਜਿਹਾ ਵਿਚਰਿਆ ਕਰੇ ਕੁੱਟ ਦਿਆ ਕਰਨ, ਡਰਾ ਦਿਆ ਕਰਨ, ਮਾਰ ਦਿਆਂਗੇ, ਐਂ ਕਰ ਦਿਆਂਗੇ। ਉਹ ਇਹੋ ਜਿਹਾ ਬੰਦਾ ਡਰਦਾ ਵਾਲਾ ਹੁੰਦਾ। ਭਾਈ ਉਹਨੂੰ ਲੋਕ ਸਿਖਾਇਆ ਕਰਨ, ਕਹਿੰਦੇ ਓਏ ਤੂੰ ਵੀ ਤੀਜੇ ਹਿੱਸੇ ਦਾ ਮਾਲਕ ਹੈ, ਭੈਣਾਂ ਤੇਥੋਂ ਨਾ ਤਾਂ ਇਹ ਕੰਮ ਕਰਾਉਂਦਾ, ਨਾ ਤੈਨੂੰ ਕੁੱਟਦੇ ਆ। ਕਹਿੰਦਾ ਮੈਂ ਹੁਣ ਕੀ ਕਰਾਂ। ਕਹਿੰਦੇ ਨਾਲ ਇਹਨਾਂ ਨੇ ਵਿਆਹ ਕਰਾ ਲਿਆ, ਤੂੰ ਕਹੇ ਮੇਰਾ ਵਿਆਹ ਕਰੋ। ਭਾਈ ਉਹ ਲੋਕਾਂ ਦਾ ਸਿਖਾਇਆ ਵਾ, ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਤਾਂ ਵਿਆਹ ਕਰਾ ਲਿਆ, ਮੇਰਾ ਵਿਆਹ ਕਰੋ। ਉਹ ਕਹਿੰਦਾ ਹਾਲਿਆ ਵਿਆਹ ਤੈਨੂੰ ਪਤਾ ਕਿੰਨਾ ਔਖਾ ਹੁੰਦਾ। ਕਹਿੰਦਾ ਨਾ ਕਰੋ। ਉਹ ਇੱਕ ਕਹਿੰਦਾ ਇਹਨੂੰ ਮਗਰੋਂ ਲਾਹੋ। ਉਹਨਾਂ ਨੇ ਭਾਈ ਕਿਸੇ ਗਰੀਬ ਜਿਹੇ ਘਰ ਦੀ ਕਾਣੀ ਵਿਆਹਤੀ। ਹਾਂ ਕਹਿੰਦੇ ਕਸੋਵਲੀ ਜੀ ਵਿਆਹੀ। ਕਹਿੰਦੇ ਲੈ ਹੁਣ ਤੇਰਾ ਵਿਆਹ ਕਰਤਾ। ਉਹ ਸਿਆਣੀ ਬਹੁਤ ਤੀ, ਹੁਸ਼ਿਆਰ ਬਹੁਤ ਤੀ। ਉਹਨੇ ਜੋ ਚਾਲ ਚੱਲਦਾ ਦੇਖਿਆ, ਉਹ ਕਹਿੰਦੀ ਇਹ ਤਾਂ ਤੇਰੇ ਨਾਲ ਠੱਗੀ ਕਰਦੇ ਆ ਸਾਰੀਆਂ ਗੱਲਾਂ 'ਚ। ਕਹਿੰਦਾ ਹਾਂ। ਕਹਿੰਦੀ ਐਂ ਤਾਂ ਆਪਣਾ ਕੰਮ ਨਹੀਂ ਚੱਲਣਾ, ਜਿੰਨਾ ਕੰਮ ਹੈ ਸਾਰਾ ਤੂੰ ਕਰਦਾ। ਕੋਈ ਵੀ ਜਨਾਨੀ ਆ ਉਹਦੇ ਬੰਦੇ ਨੂੰ ਦੁਖੀ ਹੁੰਦਾ ਦੇਖ ਨਹੀਂ ਸਕਦੀ ਹੁੰਦੀ। ਕਹਿੰਦੀ ਮੈਂ ਦੇਖਦੀ ਹਾਂ ਜਿੱਦਣ ਦੀ ਤੇਰੇ ਆਈ ਵੀ ਆ। ਕਹਿੰਦੀ ਇਹਦਾ ਡੱਕਾ ਨਹੀਂ ਕਰਦੇ, ਤੈਨੂੰ ਕੰਮ ਕਰਾਉਂਦੇ ਨੇ, ਨਾਲੇ ਤੈਨੂੰ ਘੂਰਦੇ ਨੇ। ਕਹਿੰਦਾ ਘੂਰਨ ਵਾਲੀ ਕਿਹੜੀ ਗੱਲ ਆ, ਖੇਤ ਵੀ ਛੱਟ ਲੈਂਦੇ ਨੇ, ਕੁੱਟਦੇ ਨੇ। ਕਹਿੰਦੀ ਅੱਡ ਹੋ ਜਾ। ਉਹ ਕਹਿੰਦਾ ਦੇਖ ਲਾ। ਕਹਿੰਦੀ ਅੱਡ ਹੋ ਜਾ, ਲੱਗੂ ਤਾਂ ਸਿਰ ਮੇਰੇ ਵੀ। ਇਹ ਤੀਵੀਂ ਨੇ ਅੱਡ ਕਰਾ ਲਿਆ ਜਦੋਂ ਆ ਗਈ। ਤੇਰਾ ਤਾਂ ਕਹਿੰਦੀ ਕਿਸੇ ਨੇ ਨਾਂ ਨਹੀਂ ਲੈਣਾ, ਮੈਨੂੰ ਕਹਿਣਗੇ ਵੀ ਇਹਨੇ ਕਰਾਇਆ। ਕਹਿੰਦਾ ਹਾਂ। ਕਹਿੰਦੀ ਅੱਡ ਹੋ ਜਾ। ਭਾਈ ਉਹ ਤਾਂ ਵਿਚਰ ਗਿਆ ਫਿਰ ਕੰਮ ਤੋਂ। ਉਹ ਕਹਿਣ ਲੱਗੀਆਂ ਜਿਹੜੀਆਂ ਜਨਾਨੀਆਂ ਦੀ ਬਹੁਤ ਸ਼ਰਾਰਤੀ, ਉਹ ਕਹਿੰਦੀ ਲੈ ਗੱਲ ਸੁਣ, ਹੁਣ ਅੱਗੇ ਵਾਲਾ ਉਦੋਂ ਨਹੀਂ ਰਿਹਾ। ਕਿਉਂ? ਕਹਿੰਦੀ ਜਿਹੜੀ ਕਹਾਣੀ ਹੈ ਬਹੁਤ ਚਲਾਕ ਹੈ, ਬਹੁਤ ਹੁਸ਼ਿਆਰ ਆ। ਕਹਿੰਦੀ ਹੁਣ ਨਹੀਂ ਸੋਤੇ ਇਹ ਪੰਜੇ ਥੱਲੇ ਰਹਿਣ ਦਿੰਦੀ। ਕੋਈ ਬੁੜੀਆਂ ਬਹੁਤ ਚਲਾਕ ਹੁੰਦੀਆਂ, ਸਮਝ ਜਾਂਦੀਆਂ ਨੇ ਵੀ ਬਹੁਤ ਚੁਸਤ ਹੈ। ਕਹਿੰਦੇ ਅੱਛਾ। ਕਹਿੰਦੇ ਹਾਂ। ਉਹਨਾਂ ਨੂੰ ਕਹਿੰਦਾ ਲਈ ਭਰਾਵੋ ਐਂ ਗੱਲ ਹੈ, ਮੈਨੂੰ ਅੱਡ ਕਰ ਦਿਓ। ਉਹ ਕਹਿੰਦੇ ਹਲ ਤੂੰ ਨਹੀਂ ਜਾਣਦਾ, ਬੀਜਣ ਤੂੰ ਨਹੀਂ ਜਾਣਦਾ, ਕੀ ਕਰੇਂਗਾ ਅੱਡ ਹੋ ਕੇ। ਕਹਿੰਦਾ ਸੋਨੂੰ ਕੀ ਯਾਰ, ਅੱਡ ਕਰ ਦਿਓ ਮੈਨੂੰ ਤਾਂ। ਉਹ ਘਰ ਵਾਲੀਆਂ ਕਹਿੰਦੀਆਂ ਕਿਉਂ ਤੁਹਾਨੂੰ ਕਿਹਾ ਨਹੀਂ ਤੀ। ਕਹਿੰਦੇ ਗੱਲ ਥੋੜ੍ਹੀ ਪੱਕੀ ਹੈ। ਕਹਿੰਦੀ ਕਾਣੀ ਨਹੀਂ, ਕਹਿੰਦੇ ਹੁੰਦੇ ਨੇ ਇੱਕ ਰਗ ਵੱਧ ਹੁੰਦੀ ਹੈ। ਕਹਿੰਦੀ ਬਹੁਤ ਚੁਸਤਾਗ। ਕਹਿੰਦੇ ਹੁਣ ਫਿਰ ਕਹਿੰਦੀ ਕਰਨਾ ਪਊ, ਕੱਲ੍ਹ ਨੂੰ ਬੰਦੇ ਇਕੱਠੇ ਕਰ ਲਿਓ ਘਰਾਂ ਦੇ। ਫਿਰ ਭਾਈ ਟਾਲ ਮਟੋਲੇ ਜੇ ਲਾਏ, ਉਹਨੂੰ ਤਾਂ ਆਪਦੇ ਸਕੇ ਸਕੇਲਿਆਂ ਦੇ ਬੁੱਢੇ ਜਿਹੇ ਇਕੱਠੇ ਕਰ ਲਏ। ਕਹਿੰਦਾ ਵੀ ਤਾਇਆ ਮੈਨੂੰ ਅੱਡ ਕਰਾਓ। ਭਾਈ ਵਿੱਚ ਤਾਂ ਸਿਆਣੇ ਬੰਦੇ ਤੁਸੀਂ ਕੱਟ ਲਓ ਭਾਈ। ਇਹ ਕਹਿੰਦਾ ਵੀ ਕੱਟਿਆ ਨਹੀਂ ਜਾਂਦਾ ਹੁਣ। ਭਾਈ ਕਹਿੰਦੇ ਵੀ ਅੱਡ ਕਰ ਦਿਓ ਉਹਨਾਂ ਨੂੰ। ਉਹ ਕਹਿੰਦੇ ਵੀ ਚੰਗਾ ਅਸੀਂ ਅੱਡ ਕਰ ਦਿੰਦੇ ਹਾਂ। ਉਹਨਾਂ ਨੇ ਵੀ ਕਰਿਆ ਕਿ ਜਿਹੜੀ ਪੰਨੀ ਵਾਲਾ ਖੇਤ ਦਿਖਦਾ ਉਹਨੂੰ ਉਹ ਦੇ ਤਾ ਵੀ ਆਪੇ ਮੱਥਾ ਮਾਰੀ, ਉਹਦੇ ਦਾਣੇ ਤਾਂ ਹੋਣੇ ਨਹੀਂ। ਅਤੇ ਭੰਡਾਰੇ 'ਚ ਘਰ ਆਪ ਰੱਖ ਲਿਆ। ਅਤੇ ਹੁਣ ਤਾਂ ਆਪਾਂ ਇੱਕ ਝੁੰਬੀ ਪਾ ਤੀ। ਝੁੰਬੀ ਪਾਈ, ਕਹਿੰਦੇ ਤੇਰੀ ਮੇਰ ਚਾਹ ਹੈ। ਉਹ ਕਹਿੰਦਾ ਜਿਹੜੇ ਘਰ ਨੇ ਉਹ ਤਾਂ ਕਹਿੰਦਾ ਉਹ 2 ਕਮਰੇ ਸੀ, ਉਹ ਸਾਨੂੰ ਆ ਗਏ। ਕਹਿੰਦਾ ਫਿਰ ਜਿਮੀ ਤਾਂ ਤੁਸੀਂ ਵਧੀਆ ਰੱਖ ਲਈ, ਮੈਨੂੰ ਤਾਂ ਮਾੜੀ ਦਿੱਤੀ ਹੈ। ਕਹਿੰਦੇ ਉਹ ਤਾਂ ਗੁਣੇ ਪਾਏ ਸੀ, ਗੁਣਿਆਂ 'ਚ ਜਿਹਨੂੰ ਆ ਗਈ ਆ ਗਈ। ਕਹਿੰਦਾ ਚੰਗਾ ਫਿਰ ਮੇਰੀਆਂ ਤਾਂ ਰੱਬ ਦੀ ਡੋਰੀਆਂ ਨੇ ਹੁਣ। ਭਾਈ ਉਹ ਕਹਿਣ ਲੱਗੀ ਘਰੇ ਆ ਕੇ, ਉਹ ਕਹਿੰਦਾ ਕਿਵੇਂ ਬਣਿਆ। ਕਹਿੰਦੀ
ਕਹਿੰਦਾ ਬਣ ਕੀ ਗੱਡ ਤਾਂ ਹੋ ਗਏ। ਕਹਿੰਦੀ ਫੇਰ ਘਰ ਕਿਹੜਾ ਆ ਗਿਆ? ਕਹਿੰਦਾ ਭਾਲਦੀ ਆ ਘਰ। ਕਹਿੰਦੀ ਜਿਹੜੀ ਉਹ ਸੱਪਰੀ ਪਾਈ ਆਪਾਂ ਤਾਂ ਉਹ ਦੇਤੀ। ਕਹਿੰਦੀ ਬਸ ਤੇਰੀ ਮੇਜ਼ 'ਚ ਸੱਪਰੀ ਹੋਈ ਹੈ? ਕਹਿੰਦੀ ਹੋਰ। ਕਹਿੰਦੇ ਨੇ ਵੀ ਸਾਨੂੰ ਤਾਂ ਗੁਣੇ ਆ ਗਏ। ਕਹਿੰਦੀ ਮੈਂ ਤੈਨੂੰ ਕੀ ਕਿਹਾ ਤੀ ਬੰਦੇ ਵਾਲੇ ਖਰਾਬ ਨੇ, ਤੇਰੇ ਨਾਲ ਠੱਗੀ ਕਰਨਗੇ। ਕਹਿੰਦੀ ਜ਼ਮੀਨ? ਕਹਿੰਦਾ ਜ਼ਮੀਨ ਆਪਣੀ, ਕਹਿੰਦਾ 2 ਕਿੱਲੇ ਕਾਹੀਆਂ ਵਾਲਾ ਜਿਹੜਾ ਉਸ ਆਪਾਂ ਨੂੰ ਦੇਤਾ। ਕਹਿੰਦੀ ਕਾਹੀਂ ਤਾਂ ਕਹੀ ਜੀ ਕਾਹੀਂ ਆ ਉਹ? ਕਹਿੰਦਾ ਕਾਹੀਂ ਇਹੀ ਜੇ ਉਹਦੇ ਬੀਦੀ ਲੰਘ ਜੇ, ਕਹਿੰਦਾ ਉਹਦੇ ਸੂਏ ਵੱਜਦੇ ਨੇ। ਉਹ ਦੂਜੀ ਹੁੰਦੀ ਆਹ ਜਿਹਨੂੰ ਪੰਨੀ ਕਹਿੰਦੇ ਨੇ। ਕਹਿੰਦੀ ਉਹ ਤਾਂ ਖਰਾਬ ਆ, ਫਿਰ ਉਹ ਤਾਂ ਤੇ ਤੋਂ ਸਾਰੀ ਉਮਰ ਨਹੀਂ ਨਿਕਲਣੀ। ਕਹਿੰਦੀ ਫਿਰ ਤਾਂ ਜੰਮੀ ਮਾਂਜ ਤੇ ਆਪਾਂ ਪਸ਼ੂ। ਕਹਿੰਦਾ ਤੋਕੜ ਝੋਟੀ ਦੇ ਤੀ, ਲਵੇਰਾ ਮੈਸਾ 2 ਹੀ ਰੱਖ ਲਈਆਂ ਉਹਨਾਂ ਨੇ। ਕਹਿੰਦੀ ਫਿਰ ਤਾਂ ਜੰਮੀ ਮਾਂਜ ਤੇ। ਕਹਿੰਦਾ ਫਿਰ ਹੁਣ? ਕਹਿੰਦੀ ਚੱਲ ਠੀਕ ਹੈ। ਕਹਿੰਦੀ ਆਪਣੇ ਤਾਂ ਰੱਬ ਮੂਹਰੇ ਰੋਰੀਆਂ ਨੇ। ਕਹਿੰਦੀ ਹੁਣ ਤੇਰਾ ਕੋਈ ਨਹੀਂ ਪੱਖ ਕਰਨ ਵਾਲਾ, ਸਾਰੇ ਪੱਖ ਇਹਨਾਂ ਦਾ ਕਰਦੇ ਨੇ। ਕਹਿੰਦਾ ਅਸੀਂ ਤਾਂ ਮੇਰੇ ਨਾਲ ਮੇਰੀ ਹੈ ਵੀ ਜਿਹੜੀ ਕਰਦੇ ਨੇ ਭਰਨਗੇ। ਕਹਿੰਦੀ ਚੰਗਾ ਤੂੰ ਹੁਣ ਐਂ ਕਰ, ਮੈਂ ਲੋਕਾਂ ਦਾ ਗੋਹਾ ਸਿੱਟ ਕੇ ਦੁੱਧ ਤਾਂ ਮੈਂ ਲਿਆਇਆ ਕਰੂੰਗੀ, ਨਾਲੇ ਲਿਆਇਆ ਕਰੂੰਗੀ ਰੋਟੀ। ਆਪਣੇ ਜੋਗਰੀ ਤਾਂ ਰੋਟੀ ਆ ਜਾ ਕਰੂ, 4 ਘਰਾਂ ਦੇ ਮੈਂ ਗੋਹਾ ਛੱਡ ਦਿਆ ਕਰੂੰ। ਕਹਿੰਦਾ ਬਸ਼ਰਮੀ ਜੀ ਆ। ਕਹਿੰਦੀ ਕੰਮ ਦੀ ਕੋਈ ਬਸ਼ਰਮੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਕਹਿੰਦਾ ਚੰਗਾ ਭਾਈ। ਕਹਿੰਦੀ ਤੂੰ ਝੋਟੀ ਪਾਲ ਲੈ, ਚੱਲ ਨਵੇਂ ਦੁੱਧ ਹੋ ਜੂਗੀ, ਇੰਨੇ ਸੂਪ ਹੋਊਗੀ, ਹੋਰ ਕੀ ਹੈ। ਕਹਿੰਦਾ ਚੰਗਾ ਭਾਈ। ਬੁੱਧੂ ਨੂੰ ਵਿੱਚ ਬੰਦੇ ਸਿਆਣੇ ਕਹਿੰਦੇ ਯਾਰ ਤੇਰੇ ਨਾਲ ਧੱਕਾ ਬਹੁਤ ਕਰਿਆ ਵੀ ਤੁਸੀਂ ਇਹਨੂੰ ਕੁਛ ਦਿੱਤਾ ਨਹੀਂ। ਕੌਣ ਅੱਜ ਕੱਲ੍ਹ ਤਕੜੇ ਦਾ ਪੱਖ ਕਰਦੇ ਅਗਲਾ, ਹਰੇਕ ਅਗਲਾ ਕਿ ਇਹ ਤਾਂ ਕਮਲਾ ਜਿਹਾ ਹੈ, ਇਹ ਤਾਂ ਪੱਖ ਕਰਕੇ ਕੀ ਕਰਾਂਗੇ। ਬਈ ਬੁੱਧੂ ਕਹਿੰਦਾ ਐਂ ਗੱਲ ਆ ਭਾਈ, ਉਹਨਾਂ ਦੀ ਮੱਕੀ ਵੀ ਜੀ ਦੀ। ਕਹਿੰਦਾ ਜੀ ਭੈਣ ਦੇ ਸੈਲੀਆਂ ਮੈਂ ਨਹੀਂ ਲੱਗਣ ਦਾ, ਝੋਟੀ ਆ ਕੇ ਮੱਕੀ ਛੱਡ ਦਿਆ ਕਰੇ। ਦੇਖਿਆ ਕਰਨ ਪੈੜਾਂ ਪਈਆਂ, ਸਾਣ ਗਿੱਝ ਗਿਆ ਇੱਥੇ ਤਾਂ ਕਹਿੰਦੇ ਆਉਣਾ। ਉਹ ਕਿਸੇ ਗਵਾਂਢੀ ਨੇ ਦੱਸਤਾ, ਕਹਿੰਦਾ ਸਾਣ ਸੂਣ ਇੱਥੇ ਕੋਈ ਨਹੀਂ ਆਉਂਦਾ। ਕਹਿੰਦਾ ਤੁਹਾਡਾ ਬੁੱਧੂ ਝੋਟੀ ਖੜੀ ਛੱਡੀ ਖੜਾ ਦੀ, ਕਹਿੰਦਾ ਮੱਕੀ 'ਚ। ਕਹਿੰਦੇ ਅੱਛਾ। ਕਹਿੰਦਾ ਹੋਰ, ਉਹ ਤਾਂ ਕਹਿੰਦੇ ਰੋਜ਼ ਹੀ ਛੱਡਦਾ ਹੁੰਦਾ। ਭੈਣ ਦਾ ਬੜਾ ਹਰਾਮੀ ਹੈ, ਇਹ ਤਾਂ ਮੱਕੀ ਤਾਂ ਨਹੀਂ ਹੋਣ ਦਿੰਦਾ। ਉਹ ਉਹਨੂੰ ਕਹਿੰਦੇ ਓਏ ਸਾਡੀ ਮੱਕੀ ਝੋਟੀ ਛੱਡਦਾ ਹੁੰਦਾ। ਕਹਿੰਦਾ ਨਾ ਮੈਂ ਤਾਂ ਉਧਰ ਗਿਆ ਹੀ ਨਹੀਂ। ਭਾਈ ਉਹ ਲੁੱਕ ਕੇ ਰਹਿ ਗਏ। ਜਦੋਂ ਦੂਜੇ ਦਿਨ ਝੋਟੀ ਛੱਡਣੀ, ਉਹ ਤਾਂ ਪੈ ਗਈ ਡਾਂਗਾ ਲੈ ਕੇ ਮਗਰ। ਭਾਈ ਉਹ ਤਾਂ ਭੱਜ ਗਿਆ, ਉਹਨਾਂ ਨੇ ਝੋਟੀ ਬੰਨ੍ਹ ਲਈ। ਝੋਟੀ ਬੰਨੀ, ਝੋਟੀ ਤਾਂ ਮਾਰਤੀ ਉਹਨਾਂ ਨੇ। ਕਹਿੰਦੇ ਇਹਦਾ ਹੀ ਜੂੜ ਵੱਢੋ। ਮਾਰ ਕੇ ਜਿਹੜਾ ਮੁਰਦ ਛੱਡਦਾ ਸੀ ਉਹਨੂੰ ਲੈ ਕੇ ਕਹਿੰਦੇ ਇਹਦਾ ਚੰਮ ਲਾ ਦੇ। ਭਾਈ ਉਹਦਾ ਖੱਲੜ ਲਾ ਕੇ ਦਰਖਤ 'ਤੇ ਟੰਗਤਾ। ਜਦੋਂ ਘਰੇ ਘਰ ਵਾਲੀ ਕਹਿੰਦੀ ਝੋਟੀ, ਕਹਿੰਦਾ ਭਾਲ ਦੇ ਝੋਟੀ। ਮੈਂ ਤਾਂ ਭੱਜ ਕੇ ਬਚਾਂ, ਝੋਟੀ ਤਾਂ ਉਹਨਾਂ ਨੇ ਮਾਰਤੀ। ਕਹਿੰਦੀ ਕੀ ਗੱਲ ਆ? ਕਹਿੰਦਾ ਉਹਨਾਂ ਦੀ ਮੱਕੀ 'ਚ ਵੜ ਗਈ ਤੀ। ਕਹਿੰਦੀ ਫੇਰ ਕੀ ਹੋ ਗਿਆ ਜੇ 4 ਟਾਂਡੇ ਖਾ ਗਈ ਤੀ, ਰੱਬ ਦਾ ਜੀ ਆ, ਉਹਨਾਂ ਨੇ ਮਾਰਨਾ ਤਾਂ ਨਹੀਂ ਤੀ। ਕਹਿੰਦਾ ਮੈਨੂੰ ਵੀ ਕੁੱਟ ਦੇ, ਮੈਂ ਭੱਜਿਆ ਆ। ਕਹਿੰਦਾ ਕੋਈ ਨਾ, ਜਿਵੇਂ ਆਪਣੇ ਨਾਲ ਕਰੀ ਆਈ ਰੱਬ ਇਹਨਾਂ ਨਾਲ ਕਰੂਗਾ। ਭਾਈ ਜਦੋਂ 3 ਦਿਨ ਰਹਿ ਗਏ, ਬੁੱਧੂ ਨੇ ਜਾ ਕੇ ਖੱਲੜ ਲਾ ਲਿਆ ਮੈਂਸ ਦਾ ਦਰਖਤ ਤੋਂ ਲਾਇਆ। ਉਹ ਕਹਿੰਦੀ ਹੋਰ ਨਹੀਂ, ਕਹਿੰਦੀ ਚਮੜੇ ਵਾਲਿਆਂ ਨੂੰ ਵੇਚਿਆ, ਕੁਛ ਤਾਂ 2-4 ਰੁਪਈਏ ਵੱਟੇ ਜਾਣਗੇ। ਭਾਈ ਉਹ ਜੰਗਲ 'ਚ ਭਾ ਗਿਆ, ਚੱਕ ਕੇ ਉਹਨੂੰ ਗਿਆ ਅਤੇ ਦਰਖਤ 'ਤੇ ਚੜ੍ਹ ਕੇ ਬਹਿ ਗਿਆ। ਉੱਥੇ ਬੈਠਾ ਕਹੀ ਹੈ ਰੱਬਾ, ਇੱਕੋ ਹੀ ਝੋਟੀ ਦੀ ਮਾਰਤੀ ਇਹਨਾਂ ਨੇ, ਤੂੰ ਹੀ ਫੈਸਲਾ ਕਰੇਗਾ। ਇੰਨੇ 4 ਚੋਰ ਆ ਗਏ ਭਾਈ, ਦਰਖਤ ਥੱਲੇ ਬਹਿ ਗਏ ਆ ਕੇ। ਉਹ ਚੁੱਪ ਕਰ ਗਿਆ ਜਦੋਂ ਬੱਚੇ ਚੋਰ ਆ ਕੇ ਵੀ ਬੰਦੇ ਆ ਗਏ ਥੱਲੇ। ਤਾਂ ਹੁਣ ਉਹਨਾਂ ਨੂੰ ਕੀ ਪਤਾ ਸੀ ਵੀ ਦਰਖਤ 'ਤੇ ਤਹਾਂ ਕੌਣ ਬੈਠਾ ਹੈ। ਉਹਨਾਂ ਨੇ 4 ਢੇਰੀਆਂ ਪਾ ਲਈਆਂ ਚਾਂਦੀ ਦੇ ਰੁਪਈਆਂ ਦੀਆਂ, 4 ਜਾਣੇ ਦੀ। ਉਹ ਕਹਿੰਦਾ ਵੀ ਆਹ ਵੀ ਮੇਰੀ, ਦੂਜਾ ਕਹਿੰਦਾ ਆਹ ਮੇਰੀ, 4 ਐਂ ਕਰੀ ਜਾਣਾ। ਉਹਨੇ ਤਾਂ ਭਾਈ ਤਹਾਂ ਤੋਂ ਖੱਲੜ ਛੱਡਤਾ, ਜੋ ਖੜ ਕਰਿਆ ਆਪ ਮਾਰੀ ਛਾਲ। ਕਹਿੰਦਾ 5 ਵੀ ਮੇਰੀ। ਤਾਂ ਕਹਿੰਦੇ ਭੂਤ ਆ ਗਿਆ ਲੈ ਵੀ, ਉਹ ਤਾਂ ਛੱਡ ਕੇ ਪੈਸੇ ਭੱਜ ਗਏ। ਕਹਿੰਦਾ ਕੰਮ ਤਾਂ ਬਣ ਗਿਆ। ਕਹਿੰਦਾ ਰੱਬ ਨੇ ਕੱਫਾ ਤਾਂ ਦੇ ਤਾ। ਭਾਈ ਸਾਰੀਆਂ ਢੇਰੀਆਂ ਕਰਕੇ ਇਕੱਠੀਆਂ ਬੰਨ੍ਹ ਕੇ ਉਹਨਾਂ ਦੇ ਚਾਦਰੇ 'ਚ ਸਿਰ 'ਤੇ ਧਰਦੀਆਂ ਘਰ ਨੂੰ ਤੁਰ ਪਿਆ।
ਕਹਿੰਦਾ ਵਾਹ ਓਏ ਰੱਬਾ, ਕਹਿੰਦਾ ਤਾਂ ਰੰਗ ਹੀ ਲਾਤੇ। ਇੰਨੇ ਰਾਹੇ ਰਾਹ ਤੁਰਿਆ ਆਉਂਦਾ, ਉਹ ਵੀ ਖੇਤ ਨੂੰ ਜਾਂਦੇ ਨੇ ਦੋਨੇ। ਉਹ ਕਹਿੰਦੇ ਮੈਂ ਬੁੱਧੂ ਤਾਂ ਆਉਂਦਾ ਗਾਂਢੜੀ ਜੀ ਚੱਕੀ ਕਾਸੇ ਦੀ। ਉਹ ਕਹਿੰਦੇ ਵੜਿਆ ਕੇ ਪੁੱਛੇ ਇਹਨੂੰ, ਕਹਿੰਦੇ ਬੁੱਧੂ ਕੋਈ ਕੀ ਆ ਗਾਂਢੜੀ 'ਚ? ਕਹਿੰਦਾ ਕੀ ਹੋਣਾ ਤੀ ਭਰਾਵੋ, ਤੁਸੀਂ ਮੇਰੀ ਝੋਟੀ ਮਾਰਤੀ। ਕੁਛ ਨਹੀਂ ਗਾਂਢੜੀ 'ਚ ਤਾਂ। ਕਹਿੰਦੇ ਫੇਰ ਵੀ? ਕਹਿੰਦੇ ਦਿਖਾ ਤਾਂ ਦੇ। ਕਹਿੰਦਾ ਮੇਰੀ ਗਾਠੜੀ ਨੂੰ ਹੱਥ ਨਾ ਲਾਇਓ। ਕਹਿੰਦੇ ਨਹੀਂ ਹੱਥ ਨਹੀਂ ਲਾਉਂਦੇ, ਦਿਖਾ ਦੇ। ਉਹਨੇ ਮੋੜ ਕੇ ਪਈ ਤੁਰੇ ਜਾਂਦੇ ਨੇ ਲੜ 'ਚੋਂ ਆ ਕੇ ਹੱਥ ਚਾਂਦੀ ਦੇ 500 ਰੁਪਏ ਕੱਢ ਕੇ ਮੂਹਰੇ ਮਾਰੇ, ਮੂੰਹ ਟੁੱਟਿਆ ਰਹਿ ਗਿਆ। ਕਹਿੰਦੇ ਭਾਂ ਤੋਂ ਲੋੜਾ ਹੋ ਗਿਆ, ਉਹ ਇੰਨੇ ਪੈਸੇ ਕਿੱਥੋਂ ਲਿਆ ਇਹ? ਪੰਡ ਚੱਕੀ ਤੁਰੇ ਆਉਂਦਾ ਰੁਪਈਆਂ ਦੀ। ਉਹ ਦੂਜਾ ਕਹਿੰਦਾ ਇਹਨੂੰ ਆਥਣੇ ਵੜਿਆ ਕੇ ਪੁੱਛਾਂਗੇ। ਆਥਣੇ ਪਾ ਗਏ ਅਤੇ ਲਈ ਬੁੱਧੂ ਕਿਵੇਂ ਆ? ਚੱਲ ਤੈਨੂੰ ਯਾਰ ਹੁਣ ਅਸੀਂ ਮੈਂਸ ਹੋਰ ਲੈ ਕੇ ਦਿੰਦੇ ਹਾਂ, ਤੈਨੂੰ ਸੱਜਰੀ ਲੈ ਦਿੰਦੇ ਹਾਂ। ਚੱਲ ਗਲਤੀ ਹੋ ਗਈ, ਮਾੜੀ ਗੱਲ ਹੋ ਗਈ ਭਾਈ। ਉਹ ਲਾਂਗੜੀ ਕਹਿੰਦੀ ਤੁਸੀਂ ਕਿਹੜੀਆਂ ਲੈ ਕੇ ਦੇਣੀਆਂ, ਜਿਹੜੀ ਹੈਗੀ ਤੀ ਸਾਡੀ ਉਹ ਵੀ ਮਾਰਦੀ ਤੁਸੀਂ। ਉਹ ਕਹਾਣੀ ਕਹਿੰਦੇ ਕੋਈ ਨਾ ਭਰਜਾਈ ਤੁਹਾਨੂੰ ਵਧੀਆ ਲੈ ਦਿੰਦੇ ਇੱਕ। ਭਾਈ ਬੁੱਧੂ ਬੋਲਿਆ ਲੈ, ਕਹਿੰਦਾ ਇਹ ਤਾਂ ਭਰਾਵੋ ਨਾ ਆ ਤੀਜੇ ਕੁ ਪਿੰਡ ਕਹਿੰਦਾ ਮੈਂ ਇਸ ਦਾ ਖਾਲਾਂ ਵਿਕਦੀਆਂ। ਮੈਂ ਤਾਂ ਕਹਿੰਦਾ ਉੱਥੇ ਖੱਲ ਲੈ ਗਿਆ, ਮੇਰੀ ਤਾਂ ਵਿਕ ਗਈ। ਉਹਨਾਂ ਨੇ ਮੈਨੂੰ ਆਹ ਪੈਸੇ ਉਹਨਾਂ ਨੇ ਦਿੱਤੇ ਨੇ। ਹਾਂ ਕਹਿੰਦਾ ਭਾਈ ਇਹਨਾਂ ਦੀਆਂ ਮਰਵਾਈ ਆ ਹੁਣ। ਕਹਿੰਦਾ ਮੈਂ ਆਪਣੀ ਤਾਂ ਮਾਰਤੀ। ਉਹ ਕਹਿੰਦੇ ਪੱਕੀ ਗੱਲ ਆ? ਕਹਿੰਦਾ ਆ ਦੇਖਾ ਉਹਨਾਂ ਦੇ ਜਾ ਕੇ ਦੋਨੇ ਮੈਸਾਂ ਮਾਰਤੀਆਂ। ਤੀਵੀਆਂ ਕਹਿੰਦੀਆਂ ਇਹ ਕੀ ਕਰਦੇ ਹੋ, ਰੁੜ ਜਾਣੇ ਮਾਰੀਆਂ ਨੂੰ। ਕਹਿੰਦਾ ਭਾਵੇਂ ਦਿਓ 5 ਰੁਪਈਆਂ ਦੀ ਲਿਆਵਾਂਗੇ, ਬਥੇਰੇ ਨੂੰ ਖਰੀਦ ਲਾਂਗੇ, ਆਪਣਾ ਰੋਲ ਦੂ। ਕਹਿੰਦਾ ਉਹ ਝੋਟੀ ਦੀ ਚੰਮ ਵੇਚ ਕੇ ਨਾ ਕਹਿੰਦਾ ਗਾਂਢੜੀ ਰੁਪਈਆਂ ਦੀ ਚੱਕ ਕੇ ਲਈ ਆਉਂਦਾ ਸੀ, ਦੇਖਿਆ। ਉਹ ਕਹਿੰਦੀ ਹੋਰ ਉਹ ਕੁਛ? ਕਹਿੰਦਾ ਸਾਨੂੰ ਕੱਢ ਕੇ ਵਿਖਾਏ ਨੇ 4 ਰੁਪਈਏ ਚਾਂਦੀ ਦੇ। ਭਾਈ ਲਿਜਾ ਕੇ ਜਿਹੜਾ ਮਰੁੱਦ ਘਾਟ ਸਿੱਟਦਾ ਸੀ ਉਹਨਾਂ ਨੂੰ ਕਹਿੰਦੇ ਵੀ ਚੰਮ ਲਾ ਕੇ। ਉਹ ਕਹਿੰਦਾ ਕੀ ਕਰੋਗੇ ਇਹਦਾ? ਕਹਿੰਦੇ ਤੈਂ ਕੀ ਲੈਣਾ, ਤੂੰ ਉਹਦੇ ਪੈਸੇ ਲੈ ਲਾ। ਕਹਿੰਦਾ ਮੁਸ਼ਕ ਮਾਰੂ ਇੱਥੇ ਦਰੱਖਤ 'ਤੇ ਟੰਗ ਦਿਓ, ਸੁੱਕ ਲੈਣ ਦਿਓ। ਸੁੱਕਣੇ ਪਾ ਤੇ ਭਾਈ ਹਾੜ ਦੀ ਮਹੀਨਾ ਦੀ ਲੋ ਚੱਲੀ, ਦੂਜੇ ਦਿਨ ਨੂੰ ਸੁੱਕ ਗਿਆ, ਖੜਕਣ ਲੱਗ ਗਏ। ਉਹ ਕਹਿੰਦੇ ਵੀ ਹੁਣ ਸੁੱਕ ਗਏ, ਚੱਲ ਚੱਲੀਏ। ਸਿਰ 'ਤੇ ਧਰ ਲਏ ਭਾਈ। ਉਹ ਪਿੰਡ 'ਚ ਜਾ ਕੇ ਦੇਤਾ ਹੋਕਾ, ਕਹਿੰਦੇ ਖੱਲੜ ਲੈ ਲਓ, ਪੈਸੇ ਦੇ ਦਿਓ। ਸਿਆਣੇ ਬੰਦੇ ਕਹਿੰਦੇ ਬੰਦੇ ਦੇਖਣ ਨੂੰ ਵਧੀਆ ਲੱਗਦੇ ਨੇ। ਕਹਿੰਦੇ ਭੈਣ ਦਿਓ ਉਹ ਬਾਜ਼ਾਰ 'ਚ ਚਮੜੇ ਦੀ ਮੰਡੀ ਤਾਂ ਨਹੀਂ ਪਿੰਡ ਹੈ। ਹਾਂ ਵੀ ਇਹ ਕੌਣ, ਇਹ ਕਿਹੋ ਜਿਹੇ ਬੰਦੇ ਆ? ਉਹ ਵਿੱਚ ਸਿਆਣੇ ਬੰਦੇ ਕਹਿੰਦੇ ਮੁੰਡਿਆਂ ਨੂੰ, ਕਹਿੰਦੇ ਘੇਰ ਲਓ ਇਹਨਾਂ ਨੂੰ, ਭੈਣ ਦੇ ਪਿੰਡ 'ਚ ਚੰਮ ਲਈ ਤੁਰੇ ਫਿਰਦੇ ਨੇ, ਬਿਮਾਰੀ ਫੈਲ ਜੂ। ਭਾਈ ਮੰਡੀ ਦੀ ਰੁੱਠ ਖੜੀ, ਕਿੱਧਰ ਜਾਨੂੰ ਮੂੰਹ ਚੱਕਿਆ। ਕਹਿੰਦੇ ਅਸੀਂ ਤਾਂ ਵੇਚਦੇ ਹਾਂ। ਕਹਿੰਦੇ ਸਾਲੇ ਵੇਚਣ ਨੂੰ ਇੱਥੇ ਕਹਿੰਦੇ ਚਮੜੀ ਦੀ ਮੰਡੀ ਹੈ, ਪਿੰਡ ਹੈ, ਫੜ ਲਓ ਇਹਨਾਂ ਨੂੰ, ਕੋਈ ਛੁੱਟ ਕੋਈ ਚੰਮ ਜਾ ਭੱਜ ਜਾਏ। ਕਹਿੰਦੇ ਬੜਾ ਹਰਾਮੀ ਆ ਉਹ, ਭੈਣ ਨੇ ਮਰਵਾਤੇ ਦੀ। ਕਹਿੰਦੇ ਆਪਣੀਆਂ ਤਾਂ ਮੈਂ ਮਰਵਾਤੀਆਂ, ਥੜਾ ਬੜਾ ਖਰਾਬ ਹੈ। ਕਹਿੰਦੇ ਨੇ ਕਿ ਬੁੱਧੂ ਸਿੱਧਾ ਜਾਏ। ਉਹਨਾਂ ਗੁੱਸੇ 'ਚ ਕਹਿੰਦੇ ਐਂ ਕਰ ਹੁਣ ਇਹਦੀ ਝੁੰਬੀ ਨੂੰ ਅੱਗ ਲਾ ਦਿਓ। ਭਾਈ ਉਹ ਵਿੱਚ ਵਿਚਾਰੀ ਉਹ ਬੈਠੀ ਸੀ ਭੈਣ, ਝੁੰਬੀ ਨੂੰ ਅੱਗ ਲਾਤੀ। ਜਦੋਂ ਬੁੱਧੂ ਨੂੰ ਪਤਾ ਲੱਗ ਗਿਆ ਵੀ ਝੁੰਬੀ ਨੂੰ ਅੱਗ ਲੱਗ ਗਈ, ਉਹਨੇ ਭੱਜ ਕੇ ਖਿੱਚੀ, ਲੱਤਾਂ ਮੱਚ ਗਈਆਂ ਉਹਦੀਆਂ, ਹੋਰ ਸਰੀਰ ਬਚ ਗਿਆ। ਘੜੀਸ ਘੜੂਸ ਕੇ ਬਾਹਰ ਕੱਢ ਲਈ ਭਾਈ, ਝੁੰਬੀ ਮੱਚ ਗਈ। ਭਾਈ ਬੁੱਢੀਆਂ ਠੇਰੀਆਂ ਕਹਿੰਦੀਆਂ ਇਹ ਭਾਈ ਤੁਸੀਂ ਮਾੜੀ ਗੱਲ ਕਰੀ, ਵਿਚਾਰੇ ਦੀ ਝੁੰਬੀ ਫੂਕਤੀ। ਕਹਿੰਦੇ ਤੁਹਾਨੂੰ ਕੀ ਪਤਾ, ਸਾਡਾ ਇਹਨੇ ਬਹੁਤ ਵੱਡਾ ਨੁਕਸਾਨ ਕਰਾਤਾ, ਸਾਡੀਆਂ ਮੈਸਾਂ ਮਰਵਾਤੀਆਂ। ਉਹ ਕਹਿੰਦੀ ਤੁਸੀਂ ਕੀ ਨਿਆਣੇ ਹੋਏ ਨੇ, ਮੈਸਾਂ ਮਰਵਾਤੀਆਂ? ਕਹਿੰਦੇ ਬਾਹਲਾ ਹਰਾਮੀਆਂ, ਦੇਖਣ ਨੂੰ ਲੱਗਦਾ ਕਮਲਾ ਜਾ। ਹੁਣ ਵਿੱਚੋਂ ਤਾਂ ਬਿਮਾਰੀ ਦੱਸਣ ਨਾ। ਭਾਈ ਉਹ ਕੋਈ ਗਮਾਂਡਣ ਕਹਿੰਦੀ ਸਾਡੇ ਕਹਿੰਦੀ ਕਮਰਾ ਭਾਈ ਕਹਿੰਦੀ ਬੁੱਧੂ ਖਾਲੀ ਪਿਆ ਕੰਮ, ਉਦੋਂ ਕੱਚੇ ਘਰ ਹੁੰਦੇ। ਕਹਿੰਦੀ ਤੂੰ ਹੁਣ ਐਂ ਕਰ ਉੱਥੇ ਧਰ ਲੈ ਸਮਾਨ ਚੱਕ ਕੇ, ਨਾਲੇ ਇਹਨੂੰ ਰਾਜੀ ਕਰਾ ਲੈ। ਬਈ ਪਿੰਡ 'ਚ ਬੈਠਤੀ, ਉਹ ਲਿਆਂਦਾ ਉਹਨੂੰ ਪੈਸੇ ਦੇ ਦਿੱਤੇ। ਕਹਿੰਦਾ ਯਾਰ ਪੱਟੀ ਕਰ ਜਾ ਕਰੀ ਇਹਦੇ। ਕਹਿੰਦਾ ਕੋਈ ਨਾ। ਭਾਈ ਉੱਥੇ ਬਹਾ ਕੇ ਕੱਚੇ ਜਿਹੇ ਘਰ 'ਚ ਸਮਾਨ ਤੀ ਜਿਹੜਾ ਭਾਂਡਾ ਠੰਡਾ ਜਾ, ਅਤੇ ਇੱਕ ਪਿੱਤਲ ਦੇ ਭਾਂਡੇ ਦੀ ਕਾਲੇ ਜਿਹੇ ਹੋ ਗਏ, ਮੱਚਦੇ ਤਾਂ ਕਾਹਨੂੰ ਹੁੰਦੇ ਉਹ। ਉੱਥੇ ਕੱਚੇ ਘਰ 'ਚ ਤਰਤੀ। ਚਲੋ ਭਾਈ ਗਮਾਂਢਣਾ ਨਾ ਕਹਿੰਦੀਆਂ ਭਾਈ ਰੋਟੀ ਅਸੀਂ ਦੇ ਦਿਆ ਕਰਾਂਗੇ ਤੁਹਾਨੂੰ, ਭਾਈ ਗਮਾਂਢਣਾ ਨਾ ਰੋਟੀ ਦੇ ਦਿਆ ਕਰ, ਨਾਲਾ ਤਰਸ ਕਰਦਾ ਵੀ ਮਾੜਾ ਕੰਮ ਹੋ ਗਿਆ। ਉਹ ਕਹਿਣ ਲੱਗੀ ਵੀ ਹੁਣ ਆਪਾਂ ਕੀ ਕਰੀਏ? ਕਹਿੰਦਾ ਕੋਈ ਨਾ, ਪਰਵਾਹ ਨਾ ਮੰਨ,
ਭਈ ਉਹਨੇ ਸਵਾਹ ਇਕੱਠੀ ਕਰ ਲਈ। ਇਕੱਠੀ ਕਰਕੇ ਗਧਾ ਲੈ ਲਿਆ ਕਿ ਮਹਿਰਾਂ ਤੋਂ ਇੱਕ ਗੂਣ, ਉਹ ਪੈਸੇ ਤਾਂ ਕੋਲੇ ਹੈਗੇ ਤੀ ਜਾਂਦੀ ਦੇ, ਅਤੇ ਉਹ ਪੈਸੇ ਉਹਦੀ ਤੀਵੀਂ ਸ਼ਹਿਰ ਦੀ ਕਹਿੰਦੀ ਕੋਈ ਚੋਰੀ ਕਰ ਲੂ। ਕਹਿੰਦਾ ਪਰਵਾਹ ਨਾ ਮੰਨ, ਰਾਤ ਨੂੰ ਭਾਈ ਪਾ ਕੇ ਤੋੜੇ 'ਚ ਪੂਰੇ ਦੂਰ ਦੱਬ ਕੇ ਉੱਤੇ ਖੀਤੀ ਧਰਤੀ, ਵੱਡੇ ਵੱਡੇ ਰੋੜੇ ਧਰਤੇ ਵੀ ਨੇਰੀ ਨਾ ਖੀਤੀ ਨਾ ਉੱਡ ਜੇ। ਉਹਨੂੰ 100 ਕੁ ਰੁਪਈਆ ਦੇ ਤਾ, ਕਹਿੰਦਾ ਲਾ ਬਰਤਨ ਨੂੰ ਆਪਾਂ ਨੂੰ ਮੁੱਕਦੇ ਨਹੀਂ। ਭਾਈ ਉਹਨੇ ਸਵਾਹ ਇਕੱਠੀ ਕਰਕੇ ਗਧੇ 'ਤੇ ਲੱਦ ਲਈ ਕੂਣ 'ਚ ਪਾ ਕੇ। ਕਹਿੰਦਾ ਤੈਨੂੰ ਕਹਿੰਦਾ ਬੁੜੀਆਂ ਰੋਟੀ ਦੇ ਦਿਆ ਕਰਨਗੀਆਂ, ਮੈਨੂੰ ਚਾਹੇ 10 ਦਿਨ ਲੱਗ ਜਾਣ। ਕਹਿੰਦੀ ਇਹਨੂੰ ਕਿੱਧਰ ਲਿਜਾਨਾ ਹੈ, ਕੌਣ ਲਊ ਇਹਨੂੰ? ਕਹਿੰਦਾ ਤੂੰ ਬੋਲ ਨਾ। ਕਹਿੰਦੀ ਤੇਰੀ ਮਰਜ਼ੀ ਆ। ਭਾਈ ਤੁਰ ਗਿਆ। ਬੁੜੀਆਂ ਭਾਈ ਉਹਨੂੰ ਰੋਟੀ ਦੇ ਜਾ ਕਰਨ, ਅਤੇ ਵੇਲੇ ਸਿਰ ਉਹਨੂੰ ਚਾਹ ਚੂਹ ਫੜਾ ਦਿਆ ਕਰਨ ਜਵਾਕਾਂ ਨੂੰ ਭੇਜ ਕੇ ਵੀ ਚਲੋ ਪੁੰਨ ਹੈ। ਪਈ ਜਾਂਦਾ ਜੋ ਤੀਜੇ ਇੱਕ ਪਿੰਡ ਲੰਘ ਗਿਆ, ਜੋ ਦੂਜੇ ਪਿੰਡ ਗਿਆ, ਗਾਂ ਪਿੰਡ ਦੀ ਜੂਝ ਹੀ ਆ ਗਈ ਅਤੇ ਪਿੰਡ ਦਿਸਣ ਲੱਗ ਗਿਆ। ਇੱਕ ਬੁੜੀ ਸਾਗ ਤੋੜੀ ਬੈਠੀ ਅਤੇ ਕੋਲੇ ਉਹਦੇ ਚੰਗਾ ਮੁੰਡਾ ਗੋਦੀ ਜੇ, ਤਾਂ ਬੁੜੀ ਮੁੰਡਾ ਚੱਕ ਲਈ, ਸਾਗ ਨਾ ਚੱਕਿਆ ਜਾਵੇ। ਸਾਗ ਧਰੇ ਤਾਂ ਫਿਰ ਮੁੰਡਾ ਰਹੇ ਚੱਕੇ। ਬੜਾ ਸਿਆਪਾ ਛੜਿਆ, ਮੁੰਡਾ ਨੂੰ ਰੋਆ ਤੀ। ਇੰਨੇ ਦੇਖ ਲਿਆ, ਕਹਿੰਦੀ ਹੋ ਗਧੇ ਵਾਲਾ ਆਉਂਦਾ ਹੈ, ਉਹਦੇ ਵਹਾਵਾਂਗੇ। ਤੂੰ ਕਹਿੰਦੀ ਵੇ ਭਾਈ? ਕਹਿੰਦਾ ਹਾਂ ਮਾਈ। ਕਹਿੰਦੀ ਜੇ ਪੁੱਤ ਮੇਰਾ ਪਿੰਡ ਹੋ ਸਾਹਮਣੇ ਹੈ। ਕਹਿੰਦਾ ਅੱਛਾ। ਕਹਿੰਦੀ ਜੇ ਮੇਰੇ ਮੁੰਡੇ ਨੂੰ ਖੋਤੇ 'ਤੇ ਬਹਾ ਲੈ, ਤੂੰ ਕਿਰਾਇਆ ਲੈ ਲਈ। ਕਹਿੰਦਾ ਮਾਈ ਕਿਰਾਇਆ ਤਾਂ ਕੀ ਬੱਚੇ ਦਾ ਮੈਂ ਲੈਣਾ, ਪਰ ਇੱਕ ਗੱਲ ਹੈ। ਕਹਿੰਦਾ ਕੀ? ਕਹਿੰਦਾ ਮੈਂ ਆ ਰਾਜੇ ਦਾ ਨੌਕਰ, ਇਹ ਪਿੰਡਾਂ ਦਾ ਮਾਮਲਾ ਇਕੱਠਾ ਹੋਇਆ ਇੱਕ ਥਾਂ ਧਰਿਆ ਦੀ, ਇਹ ਖਜ਼ਾਨੇ 'ਚ ਜਮ੍ਹਾਂ ਕਰਨ ਜਾਂਦਾ ਮਾਈ, ਪੈਸੇ ਨੇ ਚਾਂਦੀ ਦੇ ਰੁਪਈਏ। ਕਹਿੰਦੀ ਅੱਛਾ। ਕਹਿੰਦਾ ਜੇ ਮੁੰਡੇ ਦੀ ਹਵਾ ਸਰਕ ਗਈ ਸੁਆਹ ਬਣ ਜੂ। ਬੁੜੀ ਕਹਿੰਦੀ ਜੇ ਤੇਰਾ ਐਂ ਹੋ ਗਿਆ, ਕਹਿੰਦੀ ਮੈਂ ਪੈਸੇ ਦਿਓ, ਪੁੱਤ ਬਣ ਕੇ ਮੇਰਾ ਮੁੰਡਾ ਬਹਾ ਲੈ। ਕਹਿੰਦਾ ਬਹਾ ਦੀ ਭਾਈ, ਮੁੰਡਾ ਬਹਾ ਲਿਆ। ਬੁੜੀ ਤੁਰੀ ਕੀ ਗੱਲਾਂ ਕਰਦੀ। ਕਹਿੰਦਾ ਸਕਦੀ ਹੁਣ ਸਾਗ ਵੀ ਬੁੜੀਏ ਧਰਦੀ, ਕੋਤੇ ਦੀ ਕੁਛ ਨਹੀਂ ਹੁੰਦਾ। ਕਹਿੰਦੀ ਨਾ ਚਲੇ ਤਾਂ ਮੈਂ ਚੱਕੀ ਚੱਲੂੰਗੀ। ਭਾਈ ਜਦੋਂ ਪਿੰਡ ਦੇ ਜਾ ਰਹੇ ਫਿਰਨੀ 'ਤੇ, ਉਹ ਕਹਿੰਦੀ ਭਾਈ ਹੋਰ ਸਾਡਾ ਸਾਹਮਣਾ ਘਰ ਆ ਜਾਣਾ ਤਾਂ ਤੂੰ ਦੁੱਧ ਪੀ ਕੇ ਜਾਈ। ਕਹਿੰਦਾ ਨਾ ਬਸ ਮਾਈ। ਕਹਿੰਦੀ ਲੈ ਤੂੰ ਐਂ ਕਰ, ਮੁੰਡੇ ਨੂੰ ਤਾਰ ਕੇ ਹੁਣ ਆਪਦਾ ਪੈਸੇ ਦੇਖ ਲਾ। ਹੁਣ ਹੈਗੀ ਤਾਂ ਸਵਾਹੀ ਤੀ ਜੋ ਮੁੱਠੀ ਭਰੀ। ਕਹਿੰਦਾ ਮੈਂ ਤਾਂ ਪੱਟਦਾ ਬੁੜੀਏ, ਮੈਂ ਤਾਂ ਗੱਲ ਤਾਂ ਗਰੀਬ ਬੰਦਾ, ਮੈਂ ਕਿੱਥੋਂ ਰਾਜੇ ਨੂੰ ਪੈਸੇ ਭਰੂ? ਮੈਂ ਤਾਂ ਤੈਨੂੰ ਜਿਹੜੀ ਗੱਲ ਕਹੀ ਤੀ ਗੱਲ ਤਾਂ ਉਹੀ ਹੋ ਗਈ। ਬੁੜੀ ਨੇ ਉਹ ਦੇਖਿਆ ਸਵਾਹ ਦੀ ਮੁੱਠੀ ਭਰੀ, ਕਹਿੰਦੀ ਹਾਂ ਭਾਈ ਤਾਂ ਕੰਮ ਤਾਂ ਖਰਾਬ ਹੋ ਗਿਆ। ਕਹਿੰਦੀ ਦੇਖਿਆ ਇੰਨੇ ਤਾਂ ਨਹੀਂ ਮੇਰੇ ਕੋਲ ਪੈਸੇ। ਕਹਿੰਦਾ ਹੋਰ? ਕਹਿੰਦੀ ਮੈਂ ਤੈਨੂੰ ਝੋਲਾ ਭਰ ਕੇ ਪੈਸਿਆਂ ਦਾ ਦੇ ਦੇਣੀ, ਇੰਨੇ ਕੁ ਨਹੀਂ ਚਾਂਦੀ ਦੇ। ਕਹਿੰਦਾ ਚੱਲ ਲਿਆ, ਹੋਰ ਕੀ ਵਾ ਮੈਂ ਰਾਜੇ ਤੋਂ ਆਨਾ ਬਹਾਨਾ ਕਰੂ ਵੀ ਇੰਨਾ ਕਮਾਂ ਵਾਲੇ ਉਗਰਿਆ ਜੀ। ਭਾਈ ਬੁੜੀ ਨੇ ਤਾਂ ਝੋਲਾ ਭਰ ਕੇ ਰੁਪਈਆਂ ਦਾ ਚਾਂਦੀ ਦਾ ਦੇ ਤਾ। ਕਹਿੰਦਾ ਚੱਲ ਬੇਬੇ ਤੂੰ ਬੁੜੀ ਆ, ਹੁਣ ਤੇਰੀ ਗੱਲ ਮੰਨਣੀ ਪਊ, ਨੁਕਸਾਨ ਤਾਂ ਮੇਰਾ ਬਹੁਤ ਹੋ ਗਿਆ। ਭਾਈ ਪਰੇ ਜਾ ਕੇ ਖੋਤੇ ਦੇ 2 ਮਾਰੇ ਡੰਡੇ ਛੱਡਤਾ, ਲੈ ਕੇ ਰੁਪਈਏ ਤੁਰ ਪਿਆ ਘਰ ਨੂੰ। ਤੁਰਿਆ ਕੁਦਰਤੀ ਮੂਹਰੇ ਰਾਹ 'ਚ ਉਹ ਤੁਰੇ ਆਉਂਦੇ ਨੇ, ਕਹਿੰਦੇ ਨਾ ਆਉਂਦਾ ਓਏ ਗਧਾ ਜਿਹਾ ਲੈ ਕੇ ਗਿਆ ਤੀ, ਇਹ ਸੁਆਹ ਲੈ ਕੇ ਗਿਆ ਤੀ। ਉਹ ਕਹਿੰਦਾ ਉਹ ਸੁਆਹ ਕਿਸੇ ਨਦੀ ਸੱਟਿਆ, ਹੋਰ ਕਹਿੰਦਾ ਉੱਥੇ ਗਧਾ ਛੱਡਿਆ, ਹੋਰ ਗਧੇ ਦੀ ਕਹਿੰਦਾ ਸੁਆਹ ਕੀ ਭੈਣ ਦੀ ਬੁੱਧੀ ਵਿਕ ਗਈ ਹੋ। ਕਹਿੰਦਾ ਬੰਦਾ ਹਰਾਮੀ ਆ, ਕਹਿੰਦਾ ਕੁਛ ਕਰ ਕੀ ਆਇਆ? ਦੁੱਧ ਕਿੱਥੋਂ ਆਇਆ ਹੋਏ? ਕਹਿੰਦਾ ਭਰਾਵੂ ਬਿਫਤਾ ਦੇ ਮਾਰੇ ਪਿਆ, ਜਿਹੜੀ ਝੋਟੀ ਸੀ ਉਹ ਤਾਂ ਤੁਸੀਂ ਮਾਰਤੀ, ਮੈਂ ਤਾਂ ਪੱਟਦਾ ਜਮਾਂ। ਕੀ ਪੁੱਛਦੇ ਹੋ ਕਿੱਥੋਂ ਆਇਆ? ਕਹਿੰਦੇ ਨਹੀਂ ਯਾਰ ਤੂੰ ਭਾਈਆਂ ਸਾਡਾ, ਕੋਈ ਨਾ ਤੈਨੂੰ ਸਾਡੇ ਨੂੰ ਦੁੱਧ ਲੈ ਆਇਆ ਕਰੋ। ਉਹ ਸੋਲੇ ਨੇ ਇਹਨੇ ਗਲਤੀ ਕਰੀ, ਧਮਕੜੇ ਨੇ ਵੜਿਆ ਲਿਆ। ਕਹਿੰਦਾ ਤੀਜੇ ਪਿੰਡ ਤਾਂ ਸਵਾਹ ਲੈਂਦੇ ਆ ਲੋਕ, ਘਰ ਦੀ ਸਵਾਹ ਹੋਵੇ, ਪਰ ਮੈਂ ਤਾਂ ਹੋਕਾ ਦਿੱਤਾ। ਕਹਿੰਦਾ ਮੈਨੂੰ ਤਾਂ ਕਬਾਣੀਆਂ ਨੇ ਆਦੇ ਝੋਲਾ ਭਰਤਾ, ਕਹਿੰਦਾ ਜਾਂਦੀ ਦੇ ਰੁਪਈਆਂ ਦਾ ਸਵਾਹ ਲੈ ਲਈ ਸਾਰੀ। ਉਹ ਦੇਖਿਆ, ਕਹਿੰਦੇ ਹਾਂ ਓਏ ਕਮਾਲ ਆ। ਉਹ ਕਹਿੰਦੇ ਆਪਣੇ 3 ਕਮਰੇ ਨੇ, 1 ਕਮਰਾ ਫੂਕ ਦਿੰਦੇ ਆ। ਕਹਿੰਦੇ
ਇਹਦੇ ਤਾਂ ਦੁੱਗਣੇ ਰੁਪਈਏ ਬਣਦੇ, ਘਰ ਬਥੇਰਾ ਪਾ ਲਾਂਗੇ। ਤੀਵੀਆਂ ਨੂੰ ਕਹਿੰਦੇ ਸਮਾਨ ਚੱਕ ਲਓ ਇਹਦੇ 'ਚੋਂ। ਕਹਿੰਦੇ ਕੀ ਆਂਦੀਆਂ ਕਿਉਂ? ਕਹਿੰਦਾ ਇਹਨੂੰ ਫੂਕਾਂ ਕੇ ਕਹਿੰਦੀ ਜੈ ਬੋਡੇ ਦਿਓ, ਦਿਮਾਗ ਖਰਾਬ ਹੋਇਆ, ਘਰ ਫੂਕ ਦਿਓ। ਕਹਿੰਦਾ ਤੁਹਾਨੂੰ ਕੀ ਪਤਾ ਦੁੱਗਣੇ ਰੁਪਈਏ ਬਣਨਗੇ ਤਿੱਗਣੇ। ਕਹਿੰਦਾ ਕਾਹਦੇ ਬਣਨਗੇ? ਕਹਿੰਦਾ ਆਪਣੇ ਰੁਲਦੂ ਨੇ ਮੈਂ ਝੁੰਬੀ ਫੂਕੀ ਦੇ ਝੋਲਾ ਚਾਂਦੀ ਦੇ ਰੁਪਈਆਂ ਦਾ ਭਰ ਲਿਆ ਵੇਚ ਕੇ ਸੁਆਹ। ਭਈ ਉਹਨਾਂ ਤਾਂ ਮਤਲਬ ਮਾਰੀ ਘਰ ਨੂੰ ਅੱਗ ਲਾਤੀ, ਘਰ ਤਾਂ ਮੱਚ ਗਿਆ, ਅੱਗ ਛੱਡਦੀ ਹੈ। ਮੱਚਿਆ ਭਾਈ ਜਦੋਂ ਐਨ ਬਾਲੇ ਕੜੀਆਂ ਮੱਚ ਕੇ ਡਿੱਗ ਪਏ ਸਾਰੇ ਥੱਲੇ ਸੇ ਧੀਰ ਕਿ ਜਦੋਂ ਸੁਆਹ ਠਰ ਗਈ ਕਿ ਮਹਿਰਾਂ ਤੋਂ ਗਧੇ ਲਿਆਏ ਦੋ। ਭਾਈ ਲੱਦ ਲਈ ਗਧਿਆਂ 'ਤੇ, ਲੱਦੀ ਜਾ ਵੜੀ ਉਸ ਪਿੰਡ 'ਚ ਦੇਤਾ ਹੁੱਕਾ, ਕਹਿੰਦੇ ਸੁਆਹ ਲੈ ਲਓ, ਪੈਸੇ ਦੇ ਦਿਓ। ਲੋਕ ਕਹਿੰਦੇ ਭੈਣ ਦੇ ਪਾਗਲੀ ਨੇ ਬੰਦੇ ਇਹ, ਕਿਤੇ ਸੁਆਹ ਵਿਕਦੀ ਹੁੰਦੀ ਹੈ? ਭਾਈ ਗਾਹਾਂ ਤੁਰੇ ਜੇ ਕੌਣ ਲਵੇ ਸੁਆਹ? ਉਹ ਵੀ ਸਿਆਣੇ ਬੰਦੇ ਕਹਿੰਦੇ ਯਾਰ ਦੇਖਣ ਨੂੰ ਤਾਂ ਸਿਆਣੇ ਲੱਗਦੇ ਆ, ਭੈਣ ਦੇ ਪਾਗਲੀ ਨੇ ਨਾ ਕਹਿੰਦੇ ਨੇ ਸੁਆਹ ਲੈ ਲਓ, ਘਰਾਂ ਦੀ ਸੁਆਹ ਹੈ। ਉਹ ਬੂੜੇ ਬੂਰੇ ਹੋ ਕੇ ਡਾਂਗ ਲੈ ਕੇ ਕਹਿੰਦੇ ਖੜ ਜਾਓ, ਇਹ ਸੁਆਹ ਕਾਹਦੀ ਹੈ? ਕਹਿੰਦੇ ਜੀ ਘਰਾਂ ਦੀ ਆ, ਬਾਲੇ ਕੜੀਆਂ ਸੇ ਧੀਰਾਂ ਦੀ ਹੈ, ਲੈ ਲਓ ਜਿਹਨੇ ਲੈਣੀ ਹੈ ਪੈਸੇ ਦੇ ਦਿਓ। ਉਹ ਕਹਿੰਦੇ ਸੁਆਹ ਕਿਸੇ ਨੇ ਕੀ ਮੱਥੇ 'ਚ ਮਾਰਨੀ ਹੈ? ਬੁੱਢਿਆਂ ਨੇ ਦੋ ਦੋ ਮਾਰੀਆਂ ਗੋਤਾਂ ਦੇ ਡਾਂਗਾਂ, ਕਹਿੰਦੇ ਜਾਣੇ ਹੋ ਕਿ ਨਹੀਂ? ਹੋਰ ਪਿੰਡ 'ਚ ਰੀਸ ਲਾ ਦਿਓਗੇ ਕਿਸੇ ਕਾਮਲੇ ਨੂੰ। ਭਾਈ ਆ ਗਏ, ਕਹਿੰਦੇ ਮੈਂ ਬੜਾ ਮਾੜਾ ਹੈ, ਆਪਾਂ ਤਾਂ ਜੰਮਾ ਆਪਣਾ ਤਾਂ ਘਰ ਵੀ ਪੱਟਦਾ ਨੇ। ਤੀਵੀਆਂ ਕਹਿੰਦੀਆਂ ਲੈ ਪੈਸੇ, ਕਹਿੰਦੇ ਪੈਸੇ ਕਿੱਥੇ? ਕਹਿੰਦੀ ਸੋਨੂੰ ਅਸੀਂ ਕੀ ਕਿਹਾ ਤੀ, ਬੰਦਾ ਹਰਾਮੀ ਹੈ, ਇਹ ਤਾਂ ਕਿਸੇ ਦੀ ਚੋਰੀ ਕਰਕੇ ਲਿਆ ਢਹਿ ਜਾਣੇ, ਉਹ ਸੁਆਹ ਕਿੱਥੇ ਵਿਕਦੀ ਹੁੰਦੀ ਹੈ? ਗੁੱਸਾ ਆਇਆ, ਉਹ ਕਹਿੰਦੇ ਹੁਣ ਕਿਵੇਂ? ਕਹਿੰਦੇ ਐਂ ਕਰੋ ਜੀ ਤੀਂ ਮਾਰ ਦਿਓ। ਹਾਂ ਉਹ ਤਾਂ ਭਾਈ ਪਰੇ ਉਰੇ ਜੇ ਵਗ ਗਿਆ, ਉਹਦਾ ਵਿਚਾਰੀ ਦਾ ਗਲ ਘੁੱਟਤਾ, ਗਲ ਘੁੱਟਿਆ, ਮਰ ਗਈ ਉਹ। ਮੇਰੀ ਭਾਈ ਜਦੋਂ ਬੁੱਧੂ ਆਇਆ, ਬੁੜੀਆਂ ਕਹਿੰਦੀਆਂ ਵੀ ਤੇਰੇ ਭਾਈ ਤੇਰੇ ਘਰ ਆਈ ਨੂੰ ਤਾਂ ਤੇਰੇ ਭਰਾ ਮਾਰ ਗਏ, ਗਲ ਘੁੱਟਤਾ। ਕਹਿੰਦਾ ਕਿਉਂ ਮਾਰ ਗਈ? ਮਾੜੀ ਗੱਲ ਆ। ਕਹਿੰਦੀ ਭਾਈ ਬਥੇਰਾ ਸੀ ਰੌਲਾ ਪਾਇਆ ਤੀ ਨਾ ਮਾਰੋ ਨਾ ਮਾਰੋ, ਕਹਿੰਦੀ ਗਲ ਘੁੱਟ ਕੇ ਮਾਰਤੀ ਵਿਚਾਰੀ। ਕਹਿੰਦਾ ਚੰਗਾ ਜਿਵੇਂ ਮੇਰੀ ਮਾਰੀ ਐ ਇਹਨਾਂ ਦੀਆਂ ਮਰ ਜਾਣਗੀਆਂ, ਮੇਰੀ ਤਾਂ ਰੱਬ 'ਤੇ ਡੋਰੀ ਹੈ। ਬੁੜੀਆਂ ਕਹਿੰਦੀਆਂ ਢਹਿ ਜਾਣਾ ਪੱਟਿਆ ਰੱਬ 'ਤੇ ਡੋਰੀ, ਤੇ ਥਾਣੇ 'ਚ ਜਾ ਕੇ ਤਲਾਹ ਦੇ ਕੇ ਆ। ਕਹਿੰਦਾ ਕਿਸੇ ਨੂੰ ਤਲਾਹ ਨਹੀਂ ਦਿੰਦੇ। ਭਾਈ ਬੁੱਧੂ ਨੇ ਕਰਿਆ ਕੀ, ਉਹਨੂੰ ਨਵਾ ਕੇ ਸਾਬਣ ਸੂਬਣ ਨਾਲ ਸੁਰਖੀ ਲਾ ਕੇ ਪਾਊਡਰ ਪਾਡਰ ਲਾ ਕੇ ਮੂੰਹ 'ਤੇ ਨਵੇਂ ਕੱਪੜੇ ਪਵਾ ਤੇ ਪੂਰੇ ਵਧੀਆ ਸੋਹਣੇ, ਅਤੇ ਰਥ ਲੈ ਆਇਆ। ਰਥ ਇਹਨੂੰ ਕਹਿੰਦਾ ਯਾਰ ਮੈਂ ਮੇਰੇ ਸਹੁਰੀ ਜਾਣਾ, ਚਾਹੇ ਆਪਾਂ ਨੂੰ 2 ਦਿਨ ਲੱਗ ਜਾਣ। ਉਹ ਕਹਿੰਦਾ ਮਿਹਨਤ ਦਿਓ ਮੈਂ ਤੈਨੂੰ। ਉਹ ਕਹਿੰਦਾ ਲੈ ਬਾਹਰ 'ਚ ਰਥ ਖੜਾ ਤਾ। ਉਹ ਕਹਿੰਦਾ ਯਾਰ ਐਂ ਕਰ ਤੂੰ ਆਪਦਾ ਬਹਾ ਲੈ ਇਹਨੂੰ, ਮੈਂ ਨੇ ਨਾ ਟੀਸਾ ਆਰੀ ਅਤੇ ਮੈਂ ਲਿਆਵਾਂ ਇਹ ਲੱਕੜ ਦੀ ਚੀਜ਼ ਆ, ਰਾਹ 'ਚ ਜੇ ਇਹ ਖਰਾਬ ਹੋ ਗਈ ਆਪਾਂ ਲੋਟ ਤਾਂ ਕਰ ਲਾਂਗੇ। ਕਹਿੰਦਾ ਚੰਗਾ। ਉਦੋਂ ਰਸਾਂ ਰੁਸਾਂ ਵਾਲਾ ਕੋਈ ਸੰਦ ਹੁੰਦਾ ਕਿਉਂ, ਲੱਕੜ ਦਾ ਸਮਾਨ ਤੀ ਵੀ ਕੋਈ ਨਾ ਇਹਨੇ ਹਿੱਲ ਗਈ ਫਾਨਾ ਫੂਨਾ ਲਾ ਲੈਣਾ ਵੱਢ ਕੇ ਕਾਸੇ ਦਾ। ਭਾਈ ਮਗਰੋਂ ਚੱਕ ਕੇ ਬਹੂ ਉਹਨੇ ਵਿੱਚ ਬਹਾ ਕੇ ਮਾਰ ਕੇ ਪੰਥੀ ਮਾਰ ਕੇ ਮਗਰਲੇ ਪਾਸੇ ਰੱਸੀ ਬੰਨ੍ਹ ਲਈ ਕੱਪੜਿਆਂ ਦੇ ਹੇਠ ਦੀ, ਦਿਸੇ ਕਿਸੇ ਨੂੰ ਹੈ ਨਾ ਐਂ ਵੀ ਹਾਂ ਵੀ ਊਂ ਬੈਠੀ ਹੈ। ਕਹਿੰਦਾ ਚੱਲ ਬਈ ਉਹ ਆ ਗਿਆ, ਕਹਿੰਦਾ ਤਿਆਰ ਹੋ? ਕਹਿੰਦਾ ਬੈਠ ਗਈ ਤੇਰੀ ਭਰਜਾਈ ਤਾਂ। ਕਹਿੰਦਾ ਚੱਲਦਿਆਂ ਬਹਿ ਗਿਆ ਭਾਈ ਬਰਾਬਰ ਆਪ। ਭਾਈ ਰਥ ਤੋਰੀ ਜਾਂਦੇ, ਤੀਆਂ ਦਾ ਟਾਈਮ ਸੀ, ਰਥ ਤੋਰੀ ਜਾਂਦੇ ਨੇ। ਬੁੜੀਆਂ ਨੂੰ ਆਦਤ ਹੁੰਦੀ ਹੈਗੀ ਕਿਉਂ ਉਦੋਂ ਰਥ ਆਉਂਦੇ ਭੱਜ ਕੇ ਮੂਹਰੇ ਹੁੰਦੀਆਂ ਕੁੜੇ ਬਹੂ ਦੇਖਾਂਗੇ, ਹੁਣ ਵੀ ਹੁੰਦੀਆਂ। ਗੱਲ ਕਰ ਗੱਡੀ ਛੇਤੀ ਲੰਘ ਜਾਂਦਾ, ਰੀਬਨ ਵਾਲੀ ਭੱਜ ਕੇ ਤਾਂ ਆਉਂਦੀਆਂ ਨੇ ਕੁੜੇ ਬਹੂ ਜਾਂਦੀ ਹੈ। ਭਾਈ ਤੀਆਂ ਵਾਲੀਆਂ ਕੁੜੀਆਂ ਸੀਗੀਆਂ ਮੂਹਰੇ ਹੋ ਗਈਆਂ ਰਥ ਦੇ, ਰੋਕ ਬਈ ਭਾਈ ਰੋਕੀ ਵੇ ਵੀਰਾ ਰੋਕੀ। ਭਾਈ ਉਹਨੇ ਰਥ ਰੋਕ ਲਿਆ ਮਿਸਤਰੀ ਨੇ। ਉਹਨੂੰ ਕਹਿੰਦੀ ਬਾਈ ਅਸੀਂ ਤਾਂ ਤੇਰੀ ਬਹੂ ਦੇਖਣੀ ਹੈ। ਬੁੱਧੂ ਕਹਿੰਦਾ ਵੀ ਗੱਲ ਸੁਣ ਲਓ ਮੇਰੀ ਇੱਕ, ਬਹੂ ਤਾਂ ਦੇਖ ਲਓ, ਵੱਡਾ ਘੁੱਟ ਕੱਢਿਆ ਵਾ ਤੀ। ਕਹਿੰਦਾ ਪਰ ਜੇ ਮੇਰੀ ਬਹੂ ਜਿਹਦੇ ਹੱਥ ਲੱਗੇ ਤੋਂ ਮਰ ਗਈ ਮੈਂ ਤਾਂ ਉਹਨੂੰ ਲੈ ਕੇ ਜਾਊਂ। ਉਹਨਾਂ 'ਚੋਂ ਇੱਕ ਕੁੜੀ ਸਵਰਨਾ ਨਾਂ ਤੀ, ਬਹੁਤ ਸੋਹਣੀ ਹੈਗੀ ਤੀ, ਗਰੀਬ ਘਰ ਦੀ। ਉਹ ਕਹਿੰਦੀ ਵੀ ਪੱਕੇ ਹਾਂ ਅਸੀਂ, ਉਦੋਂ ਬਚਨ ਦੇ ਲੋਕ ਪੱਕੇ ਹੁੰਦੇ।
ਉਹ ਕਹਿੰਦੀਆਂ ਨਹੀਂ ਤੂੰ ਸੋਹਣੀ ਆ, ਪਹਿਲਾਂ ਤੂੰ ਘੁੰਡ ਚੱਕ ਕੇ ਦੇਖ। ਕਹਿੰਦੀ ਜੇ ਅਸੀਂ ਦੇਖ ਲਿਆ ਅਗਲੀ ਕੋ ਬਾਹਲੀ ਸੋਹਣੀ ਹੋਈ, ਕਹਿੰਦੀ ਅਗਲੀ ਕੋ ਮੇਰਾ ਮੂੰਹ ਦੇਖ ਦੇ, ਭਲਾ ਆਪਦਾ ਮੂੰਹ ਤਾਂ ਦੇਖ ਲਓ। ਕਹਿੰਦੀ ਚੰਗਾ। ਜਦੋਂ ਉਹਨੇ ਘੁੰਡ ਨੂੰ ਹੱਥ ਪਾਇਆ ਉਹਦਾ ਰੱਸੀ ਖੋਲ੍ਹਦੀ, ਕੁੜੀ ਦੇ ਹੱਥਾਂ ਦੀ ਡਿੱਗ ਪਈ ਉਹ ਤਾਂ। ਕਹਿੰਦਾ ਪੱਟਦਾ ਪੈਂਦਾ ਤਾਂ ਲੱਗ ਗਿਆ ਚੰਗਾ ਮਾਰਨ, ਮੇਰੀ ਤਾਂ ਬਹੂ ਮਾਰਤੀ। ਉਹ ਕਹਿੰਦੀ ਹੁਣ ਤੇਰੇ ਨਾਲ ਮੇਰਾ ਵਚਨ ਹੋਇਆ, ਮੈਂ ਚੱਲੂੰਗੀ, ਮੈਂ ਬਹਿਣੀ ਆ ਤੇਰੇ ਰੱਥ 'ਚ। ਮੈਨੂੰ ਐਂ ਤਾਂ ਦੱਸ ਦੇ ਵੀ ਤੇਰਾ ਪਿੰਡ ਕਿਹੜਾ, ਤੇਰਾ ਨਾਂ ਕੀ ਹੈ, ਮੇਰਾ ਮਾਂ ਪਿਓ ਤੈਨੂੰ ਮਿਲ ਆਊਗਾ। ਕਹਿੰਦਾ ਮੇਰੇ ਪਿਓ ਨਾਲ, ਕਹਿੰਦਾ ਬੱਗਾ ਸੂਆ, ਮੇਰੀ ਮਾਂ ਨਾਲ ਤੁਹਾਨੂੰ ਖੁਰਦੀ ਫਲਾਨਾ ਪਿੰਡ ਹੈ ਮੇਰਾ। ਉਹ ਕੁੜੀਆਂ ਨੂੰ ਕਹਿੰਦੀ ਸਾਡੇ ਘਰੇ ਦੱਸ ਦਿਓ। ਕਹਿੰਦੀ ਚੰਗਾ। ਹੱਕ ਦਾ ਰਥ ਭਾਈ ਨਦੀ ਦੇ ਪੁੱਲ ਲੰਘੇ, ਆਪਦੇ ਉਹਨੂੰ ਕਹਿੰਦਾ ਲੈ ਕਰ, ਕਹਿੰਦਾ ਹੁਣ ਇਹਨੂੰ ਆਪਾਂ ਨਦੀ ਛੱਡਦੇ, ਇਹਨੂੰ ਮੱਸ ਤਾਂ ਖਾ ਲੈਣਗੇ, ਪੁੰਨ ਤਾਂ ਹੋ ਜੂ, ਮਰਨਾ ਹੀ ਤਾਂ ਮਰ ਗਈ। ਕਹਿੰਦੀ ਸੰਸਕਾਰ ਨਹੀਂ ਕਰਦਾ, ਕਹਿੰਦਾ ਐਵੇਂ ਲੱਕੜਾਂ 'ਚ ਫੂਕਣਾ, ਮਾਸ ਇਹਦਾ ਜਾਨਵਰ ਤਾਂ ਖਾਣਗੇ, ਇਹ ਤਾਂ ਮਰ ਹੀ ਗਈ। ਕਹਿੰਦਾ ਕੁਛ ਕਰ ਲੈ ਫੂਕ ਦੇ। ਕਹਿੰਦੀ ਤੇਰੀ ਮਰਜ਼ੀ ਆ ਭਾਈ। ਲੱਤਾਂ ਫੜਾਤੀਆਂ ਇੱਕ ਪਾਸੇ, ਆਪ ਦੇ ਨਦੀ 'ਚ ਠੋਕੀ। ਅਤੇ ਕੁੜੀਆਂ ਨੇ ਜਾ ਕੇ ਦੱਸਤਾ, ਕਹਿੰਦੇ ਵੀ ਐਂ ਕਰਕੇ ਆਹ ਗੱਲ ਹੋ ਗਈ, ਫਲਾਣੇ ਪਿੰਡ ਦਾ ਮੁੰਡਾ ਸੋਹਣਾ ਤਾਂ ਬਲਾ ਹੈ, ਕਹਿੰਦੀ ਉਹਦੀ ਬਹੂ ਮਰ ਗਈ, ਸੋਡੀ ਸਵਰਨਾ ਤਾਂ ਉਹਦੇ ਨਾਲ ਵਗ ਗਈ। ਉਹ ਬੁੜਾ ਬੁੜੀ ਕਹਿੰਦੇ ਵੀ ਹੈ ਜ਼ਿਮੀਦਾਰ ਹੈ, ਕਹਿੰਦੀ ਜ਼ਿਮੀਦਾਰ ਹੈ, ਰਥ 'ਚ ਆਪਦੇ ਸਹੁਰਿਆਂ ਨੂੰ ਜਾਂਦਾ ਤੀ। ਕਹਿੰਦਾ ਫੇਰ ਤਾਂ ਤਕੜਾ ਹੀ ਹੈ ਜਿਹੜਾ ਰਥ ਲੈ ਕੇ ਆਇਆ। ਕਹਿੰਦੇ ਕੋਈ ਨਾ, ਜਦੋਂ ਟਾਈਮ ਲੱਗਿਆ ਕਿਤੇ ਮਿਲ ਆਵਾਂਗੇ। ਭਾਈ ਜਾ ਕੇ ਜਦੋਂ ਬਾਰ 'ਚ ਰਥ ਖੜ੍ਹਾ ਤਾ, ਬੁੜੀਆਂ ਤਾਂ ਆ ਗਈਆਂ, ਗਵਾਂਢੀਆਂ ਦੀ ਬੁੜੀ ਆ ਗਈ। ਕਹਿੰਦਾ ਤਾਈ ਭਈ ਬੁੜੀਆਂ ਜਿਹੜੀਆਂ ਭਰਜਾਈਆਂ ਦੀ, ਵੇ ਬੁੱਧੂ ਸਾਨੂੰ ਬਹੂ ਦਾ ਮੂੰਹ ਦੇਖ ਲੈਣ ਦੇ। ਕਹਿੰਦਾ ਦੇਖ ਲਓ। ਕਹਿੰਦਾ ਐਂ ਕਰੋ, ਕਹਿੰਦਾ ਹੁਣ ਮੇਰੀ ਮਾਂ ਤਾਂ ਹੈ ਨਹੀਂ, ਮੇਰੀ ਤਾਈ ਨੂੰ ਕਹੋ ਪਾਣੀ ਬਾਰੇ, ਕਹਿੰਦਾ ਹੁਣ ਪੂਰੇ ਸ਼ਗਨਾਂ ਨਾਲ ਤਾਰਾਂਗੇ, ਤੁਸੀਂ ਬਹੂ ਦੇਖੋ ਕੀ ਸੋਹਣੀ ਹੈ। ਜਿਹੜੀ ਦੇਖੇ ਵੇ ਬੁੱਧੂ ਟਹਿ ਜਾਣਿਆ, ਤੇਰਾ ਗੁਣਾ ਬੜਾ ਬਾਹਲੀ ਸੋਹਣੀ ਹੈ। ਤਾਂ ਕਹਾਣੀ ਨਾ ਕਹਾਣੀ ਕਹਿੰਦੀ ਠੂਠਾ ਫੁੱਟ ਕੇ ਛੰਨਾ ਮਿਲ ਗਿਆ, ਭਈ ਹਰੇਕ ਸਿਫਤਾਂ ਕਰੇ ਵੀ ਬਾਹਲੀ ਸੁਨੱਖੀ ਹੈ। ਤਾਂ ਭਈ ਬੁੜੀ ਕਹਿੰਦੀ ਕੁੜੀਓ ਪਰੜਾ ਲਿਆਓ ਚੱਕ ਕੇ, ਗੁਆਂਢੀਆਂ ਤੋਂ ਬੁੜੀਆਂ ਕੁੜੀਆਂ ਪਰੜਾ ਲੈ ਆਈਆਂ ਭਾਈ। ਕਹਿੰਦੀ ਇੱਥੇ ਗੜਬੇ 'ਚ ਪਾਣੀ ਪਾਓ, ਗੜਬੀ 'ਚ ਪਾ ਲਓ ਪਾਣੀ। ਕਹਿੰਦੀ ਪਿੱਪਲ ਦੇ ਪੱਤੇ ਨਹੀਂ ਹੈਗੇ, ਤੁਸੀਂ ਪਾਣੀ ਆ ਪਾ ਦਿਓ ਲੈ, ਅਤੇ 12 ਮੈਂ ਇਹਦੇ ਉੱਤੋਂ ਦੀ। ਭਾਈ ਬੁੜੀ ਨੇ ਤਾਂ ਪਾਣੀ ਪੂਣੀ ਵਾਰਿਆ, ਕੁੜੀਆਂ ਨੇ ਗੀਤ ਗੂਤ ਗਾ ਕੇ ਲਾ ਲਈ, ਪੂਰੇ ਸ਼ਗਨ ਮਨਾ ਕੇ। ਅਤੇ ਉਹ ਕਹਿੰਦਾ ਲੈ ਵੀ ਤਾਈ ਐਂ ਕਰ, ਹੁਣ ਕੁੜੀਆਂ ਨੂੰ ਖਾਲੀ ਨਾ ਜਾ ਭੇਜ ਘਰੋਂ। ਆਖੇ ਹੋਰ। ਕਹਿੰਦਾ ਆਹ ਫੜ ਪੈਸੇ, ਜਾਂ ਦੁਕਾਨ ਤੋਂ ਲੱਡੂ ਲਿਆ। ਕਹਿੰਦੀ ਤੂੰ ਹੀ ਲੈ ਕੇ ਆ। ਭਾਈ ਗਿਆ ਦੁਕਾਨ ਤੋਂ, ਹਲਵਾਈ ਦੀ ਤੋਂ ਪਸੇਰੀ ਲੱਡੂਆਂ ਦੀ ਲੈ ਲਈ। ਕਹਿੰਦਾ ਲੈ ਕੁੜੀਓ ਨਾ, ਹੁਣ ਤੁਹਾਨੂੰ ਬਾਈ ਮੈਂ ਖਾਲੀ ਨਹੀਂ ਜਾਣ ਦਿੰਦਾ। ਸਾਰੀਆਂ ਨੂੰ ਲੱਡੂ ਦਿੱਤੇ। ਭਾਈ ਕੁੜੀਆਂ ਤਾਂ ਆਪਦੀ ਘਰੇ ਜਾ ਕੇ ਕਹਿਣ ਨਹੀਂ ਬੇਬੇ ਬੁੱਧੂ ਬਹੂ ਲਿਆਇਆ, ਇੰਨੀ ਸੋਹਣੀ ਆ, ਗੱਲਾਂ ਹੀ ਛੱਡ ਦੇ, ਬਾਹਲੀ ਸੋਹਣੀ ਹੈ। ਆਹ ਦੇਖ। ਉਹ ਕਹਿੰਦੀ ਤੁਹਾਨੂੰ ਕੀ ਪਤਾ, ਕਹਿੰਦੀ ਆਹ ਦੇਖ ਅਸੀਂ ਉਹ ਡੋਲੀ 'ਚੋਂ ਲਾਹੀ ਹੈ, ਕਹਿੰਦੀ ਲੱਡੂ ਦਿੱਤੇ ਸਾਨੂੰ ਖਾਣ ਨੂੰ। ਭਾਈ ਆਂਢਣਾ ਗੁਆਂਢਣਾ ਆਇਆ ਕਰਨ, ਦੇਖਿਆ ਕਰਨ ਵੀ ਬੁੱਧੂ ਆ ਤਾਂ ਕਮਾਲ ਹੈ, ਬੜੀ ਸੁਨੱਖੀ ਹੈਗੀ, ਬਹੁਤ ਸੋਹਣੀ ਹੈ। ਭਾਈ ਸਾਰੇ ਪਿੰਡ 'ਚ ਪਤਾ ਲੱਗ ਗਿਆ ਵੀ ਬੁੱਧੂ ਇੱਕ ਉਹ ਜਿਹੜੀ ਕਹਾਣੀ ਤੀ ਉਹਨੂੰ ਪਤਾ ਨਹੀਂ ਕਿੱਥੇ ਛੱਡਿਆ, ਬਹੂ ਬਲਾ ਸੋਹਣੀ ਲਿਆ। ਉਹਨਾਂ ਨੂੰ ਵੀ ਜਾ ਪਤਾ ਲੱਗਿਆ। ਉਹ ਤੀਵੀਆਂ ਦੇ 2 ਜਵਾਕ ਹੋਏ ਸੀ, ਦੋਨਾਂ ਦੇ ਮਰ ਗਏ ਤੀ। ਉਹ ਕਹਿੰਦੇ ਵੀ ਤੁਹਾਡਾ ਭਾਈ ਬੁੱਧੂ ਦੱਸਦੇ ਨੇ ਬਹੂ ਲਿਆ ਨਵੀਂ। ਕਹਿੰਦੇ ਅਸੀਂ ਕਿਹੜੇ ਮੱਥੇ ਲੱਗਾਂਗੇ ਭਾਵੇਂ ਅਸੀਂ ਉਹਦੀ ਬਹੂ ਤਾਂ ਮਾਰ ਕੇ ਹਟਿਆ ਪਹਿਲਾਂ। ਕਹਿੰਦੀ ਅਸੀਂ ਦੇ ਵਗ ਜੀਏ। ਕਹਿੰਦਾ ਤੁਹਾਡੀ ਮਰਜ਼ੀ ਹੈ, ਤੁਹਾਨੂੰ ਘਰੇ ਤਾਂ ਉਹਨੇ ਵੜਨ ਨਹੀਂ ਦੇਣਾ। ਭਈ ਉਹ ਆ ਗਈਆਂ ਦੋਨੇ। ਜਦੋਂ ਆਈਆਂ ਬੁੱਧੂ ਨੇ ਦੇਖ ਲਿਆ ਉਹਨੂੰ। ਕਹਿੰਦਾ ਲੈ ਗੱਲ ਸੁਣ ਲੈ, ਜਿਹੜੀਆਂ ਉਹ 2 ਜਾਣੀਆਂ ਆਉਂਦੀਆਂ ਨੇ ਉਹ ਮੇਰੀਆਂ ਭਰਜਾਈਆਂ ਸਕੀਆਂ, ਉਹਨਾਂ ਤੋਂ ਚੀਜ਼ ਨਾ ਕੋਈ ਖਾ ਲਈ, ਬਾਲੀਆਂ ਪਾਪਣਾ। ਕਹਿੰਦਾ ਪਹਿਲਾਂ ਮੇਰੀ ਤੀਵੀਂ ਮਾਰਵਾ ਤੀ ਇਹਨਾਂ ਨੇ। ਕਹਿੰਦੀ ਚੰਗਾ। ਉਹ ਭਾਈ ਅੰਦਰ ਤਾਂ ਬੜੀਆਂ ਨਾ ਮੋਰੀ ਵੇਚਦੀ ਜੋ ਦੇਖੀ, ਕਹਿੰਦੀ ਬਾਹਲੀ ਸੋਹਣੀ ਹੈ। ਮੁੜ ਗਈਆਂ ਉੱਥੋਂ। ਉਹ ਕਹਿੰਦੇ ਕਿਉਂ? ਕਹਿੰਦੀ ਢਹਿ ਜਾਣੇ ਉਹ ਕਾਣੀ ਮਾਰ ਕੇ, ਤਾਂ ਕਹਿੰਦੀ ਬਾਹਲੀ ਸੋਹਣੀ ਲਿਆਇਆ ਤੁਸੀਂ ਤਾਂ, ਉਹਦਾ ਸਮਾਂ ਘਰ ਵਸਾਤਾ। ਕਹਿੰਦੀ ਇੰਨੀ ਸੁਨੱਖੀ ਹੈ, ਕਹਿੰਦੀ ਗੱਲਾਂ ਹੀ ਛੱਡ ਦੇ। ਅੱਛਾ ਹਾਂ। ਕਹਿੰਦੀ ਮੈਂ ਤਾਂ ਕਹਿੰਦਾ ਹੁੰਦਾ ਵੀ ਰੱਬ ਤੇ ਡੋਰੀਆਂ ਨੇ। ਕਹਿੰਦਾ ਬਾਕੀ, ਕਹਿੰਦਾ ਮੈਂ ਤਾਂ ਕਾਣੀ ਮਾਰੀ ਤੀ, ਕਹਿੰਦਾ ਭੈਣ ਦਾ ਘਰ ਤਾਂ ਫੇਰ ਵਸ ਗਿਆ।
ਉਹਦੀ ਸਕੀ ਤਾਈ ਪਿੰਡ ਦੇ ਦੂਜੇ ਪਾਸੇ ਗਵਾੜ 'ਚ ਰਹਿੰਦੀ ਤੀ। ਉਹਨੂੰ ਪਤਾ ਲੱਗ ਗਿਆ ਵੀ ਤੁਹਾਡਾ ਵੀ ਬੁੱਧੂ ਐਂ ਕਰਕੇ ਬਲਾ ਸੋਹਣੀ ਬਹੂ ਲਿਆਇਆ। ਜਦੋਂ ਭਈ ਉਹਦੀਆਂ ਨੂੰਹਾਂ ਦੋਏ ਬੁੜੀ ਆਪ ਆ ਗਈ, ਜਦੋਂ ਆਈ ਆਉਂਦੀ ਦੇਖੀ, ਉਹ ਕਹਿੰਦਾ ਜਿਹੜੀ ਹੋ ਬੁੜੀ ਆਉਂਦੀ ਆ ਨਾ ਉਹ ਮੇਰੀ ਸਕੀ ਤਾਈ ਹੈ। ਭਈ ਉਹਨੇ ਚੰਗਾ ਸਤਿਕਾਰ ਕਰਿਆ, ਜਿਹਾ ਜਿਹਾ ਹੁੰਦਾ ਪੈਰੀਂ ਹੱਥ ਲਾਏ। ਬੁੜੀ ਨੇ ਸਿਰ ਪਲੋਸਿਆ ਆਪਦੀਆਂ ਦਰਾਣੀਆਂ ਨੂੰ। ਉਹ ਕਹਿੰਦੀ ਬੇ ਪੁੱਤ, ਕਹਿੰਦੀ ਬੁੱਧੂ ਆਹ ਤਾਂ ਬੜਾ ਸੋਹਣਾ ਹੋ ਗਿਆ ਤੇਰਾ, ਉੱਜੜ ਕੇ ਘਰ ਵਸ ਗਿਆ। ਕਹਿੰਦਾ ਤਾਈ ਇਹ ਰੱਬ ਦੇ ਡੋਰੀਆਂ ਤੇ ਉਹ ਵਸਾਉਣ ਵਾਲਾ ਹੈ ਭਈ। ਉਹ ਕਹਿੰਦੀ ਇਹ ਮਕਾਨ, ਕਹਿੰਦਾ ਤਾਈ ਅਸੀਂ ਤਾਂ ਊਂ ਬੈਠਿਆ। ਕਹਿੰਦੀ ਮਕਾਨ ਤਾਂ ਸਾਡੇ ਲਵੇ ਬਾਣੀਏ ਦਾ ਪਿਆ, ਬਲਾ ਸੋਹਣਾ ਬਕਾਊ ਹੈ ਜੇ ਪੈਸੇ ਨੇ। ਕਹਿੰਦਾ ਤਾਈ ਪੈਸੇ ਤਾਂ ਭਲਾ ਦਿਆਂਗੇ। ਬੁੜੀ ਕਹਿੰਦੀ ਪੈਸੇ ਖਾਸੇ ਲੱਗਣਗੇ ਉਹਨਾਂ ਜਵਾਨਾਂ 'ਚ। ਕਹਿੰਦੀ 300-400 ਰੁਪਈਏ ਦਾ ਘਰ ਹੈ। ਹੁਣ ਉਹਦੇ ਕੋਲ ਤਾਂ ਤੌੜਾ ਰੁਪਈਆਂ ਦਾ ਭਰਿਆ ਦੀ ਜਾਂਦੀ ਜਾਂਦਾ। ਕਹਿੰਦਾ ਲਾ ਦਿਆਂਗੇ। ਕਹਿੰਦੀ ਪੈਸੇ ਹੈਗੇ? ਕਹਿੰਦਾ ਹੈਗੇ। ਕਹਿੰਦੀ ਫਿਰ ਤੁਸੀਂ ਐਂ ਕਰੋ, ਸਵੇਰੇ ਨਾ ਤਾਂ ਸਾਡੀ ਨੂੰਹ ਨੂੰ ਲਿਆਈ ਨਾਲ, ਨਾ ਤੂੰ ਆ ਜੀ। ਕਹਿੰਦੇ ਚੰਗਾ। ਭਾਈ ਬਾਗੇ ਘਰੇ ਉਹਨਾਂ ਨੇ ਵਧੀਆ ਉਹਦਾ ਆਦਰ ਮਾਣ ਕਰਿਆ। ਉਹ ਕਹਿਣ ਲੱਗੀਆਂ, ਕਹਿੰਦੀ ਆਹ ਘਰ ਹੈ ਅਤੇ ਆਪਾਂ ਤੇਰੇ ਤਾਏ ਨੂੰ ਭੇਜ ਕੇ ਕੁੰਜੀ ਮੰਗਾ ਲੈਂਦੇ ਹਾਂ ਬਾਣੀਆਂ ਤੋਂ, ਤੁਹਾਨੂੰ ਖੋਲ੍ਹ ਕੇ ਘਰ ਦਿਖਾ ਦਿਆਂਗੇ। ਅਤੇ ਬਾਜ਼ਾਰ ਸੀ ਪਿੰਡ ਦੇ ਵਿੱਚ, ਬਾਣੀਆਂ ਸ਼ਹਿਰ 'ਚ ਰਹਿੰਦੇ ਤੀਗੇ। ਉਹ ਕਹਿੰਦੀ ਜਾ ਕੁੰਜੀ ਲੈ ਕੇ ਆ। ਉਹ ਕਹਿੰਦਾ ਬੁੱਧੂ ਲੈਣਾ? ਕਹਿੰਦਾ ਹਾਂ। ਕਹਿੰਦਾ ਮੈਂ ਬਾਣੀਏ ਨੂੰ ਨਾਲ ਹੀ ਲਿਆਊਂ? ਕਹਿੰਦਾ ਵੀ ਲੈ ਲਾਂਗੇ ਤਾਇਆ। ਕਹਿੰਦਾ ਲਿਆ। ਜਦੋਂ ਬਾਹਰੋਂ ਅੰਦਰੋਂ ਦੇਖਿਆ ਘਰ ਸੋਹਣਾ, ਹੁਣ ਬਾਣੀਏ ਦਾ ਘਰ, ਮੈਂ ਇਸ ਮੂੰਹ ਸਰਾਧ ਦਾ ਪੱਕੀ ਖੋਲ੍ਹਣੀਆਂ ਮਾਰ ਭੈਣੇ 12 ਨੂੰ ਜੋੜੀਆਂ ਲੱਗੀਆਂ ਵੀਆਂ। ਜਦੋਂ ਬਾਣੀਏ ਨੂੰ ਕਹਿੰਦਾ ਆ ਜਾ ਵੀ ਲਾਵਾ, ਮੇਰਾ ਭਤੀਜਾ ਹੈ, ਉਹਨੇ ਘਰ ਲੈਣਾ, ਸਾਡੇ ਕੋਲ ਆਇਆ ਬੈਠਾ। ਬਾਣੀਆ ਕਹਿੰਦਾ ਵੀ ਬਹੁਤ ਚੰਗੀ ਗੱਲ ਆ, ਇਕੱਲਾ ਸੁੰਨਾ ਘਰ ਤਾਂ ਖਰਾਬ ਹੋ ਜਾਂਦਾ, ਮੈਂ ਤਾਂ ਆਪ ਵੇਚਣਾ। ਭਾਈ ਉਹਨੇ ਕੁੰਜੀ ਦੇ ਦਿੱਤੀ ਸਾਰੇ ਕਮਰਿਆਂ ਦੀਆਂ। ਕਹਿੰਦਾ ਵੀ ਖੋਲ੍ਹ ਕੇ ਦੇਖ ਲਓ। ਬਈ ਦੇਖੇ ਸਾਰੇ ਘਰ। ਬੁੜੀ ਨੇ, ਬੁੱਧੂ ਨੇ, ਬਹੂ ਨੇ। ਉਹ ਕਹਿੰਦੀ ਕਿਉਂ ਪੁੱਤ? ਕਹਿੰਦੀ ਬੇਬੇ ਘਰ ਬਹੁਤ ਸੋਹਣਾ ਹੈ। ਕਹਿੰਦਾ ਤਾਈ ਰੇਟ ਪੁੱਛ ਲਓ ਹੁਣ। ਉਹ ਕਹਿੰਦੇ ਆ ਜਾ ਘਰੇ ਬਾਗੇ ਉਹਨਾਂ ਦੇ। ਕਹਿੰਦਾ ਵੀ ਛੇਠ ਉਹਦਾ ਤਾਇਆ ਕਹਿੰਦਾ ਇਹ ਮੇਰਾ ਭਤੀਜਾ, ਇਹਨੇ ਲੈਣਾ। ਉਹ ਕਹਿੰਦਾ ਲੈਣਾ ਤਾਂ ਹੈਗਾ ਚੌਧਰੀਆ, ਪੈਸੇ ਹੈਗੇ ਨੇ? ਉਹ ਕਹਿੰਦਾ ਜੇ ਪੈਸੇ ਹੈਗੇ ਤਾਂ ਹੀ ਲਊ। ਕਹਿੰਦਾ ਦੱਸ ਫਿਰ ਕਿੰਨੇ ਲੈਣੇ ਆ? ਕਹਿੰਦਾ ਵਿੱਚੇ ਦਾ ਦੇਖ 4 ਮੰਜੇ ਹੈ, ਪੇਟੀ ਪਈ ਹੈ ਲੱਕੜ ਦੀ, ਸਾਰਾ ਕੁਛ ਵਿੱਚ ਹੀ ਦੇ ਦੂੰ ਮੈਂ, ਕੁਛ ਨਹੀਂ ਚੱਕਦਾ। ਕਹਿੰਦਾ ਠੀਕ ਆ। ਕਹਿੰਦਾ ਰੁਪਈਆ 500 ਲਓ। ਬਈ ਬੁੜੇ ਦਾ ਸਾਹ ਚੜ੍ਹ ਗਿਆ। ਕਹਿੰਦਾ 500? ਕਹਿੰਦਾ ਇੰਨੇ ਰੁਪਈਏ ਬੁੱਧੂ ਤੇਰੇ ਕੋਲ ਹੈਗੇ? ਕਹਿੰਦਾ ਤਾਇਆ ਕੋਈ ਨਾ ਦੇ ਦਿਆਂਗੇ, ਜੇ ਘਟਦਾ ਘਟਾ ਕੇ ਦੇਖ ਲੈ। ਭਾਈ ਉਹ ਕਹਿੰਦਾ ਵੀ ਛੇਠ ਗੱਲ ਸੁਣ ਲੈ, ਰੁਪਈਆ ਤੈਨੂੰ 450 ਦੇਵਾਂਗੇ। ਪਿਆ ਹੀ ਹੈ ਤੇਰਾ ਖਰਾਬ ਹੋ ਜਾਂਦਾ ਹੈ। ਪਰ ਬਾਣੀਆਂ ਕੌਮ ਸਿਆਣੀ ਹੁੰਦੀ ਹੈ ਵੀ ਹੁਣ ਤਾਂ ਵਿਕਦਾ, ਇਹਦਾ ਕੀ ਪਤਾ ਇੰਨੇ ਪੈਸੇ ਕੀ ਇਹ ਜੱਟ ਕੋਲੇ ਨੇ। ਕਹਿੰਦਾ ਠੀਕ ਆ। ਭਾਈ ਲੈ ਲਿਆ। ਉਦੋਂ ਰਜਿਸਟਰੀ ਨਾ ਹੁੰਦੀ, ਬਈਆਂ 'ਤੇ ਹੁੰਦਾ। ਉਹ ਕਹਿੰਦਾ ਜਾ ਓਏ ਨਵੀਂ ਬਹੀ ਲੈ ਕੇ ਆ ਬਾਜ਼ਾਰ 'ਚੋਂ। ਭਾਈ ਨਵੀਂ ਬਹੀ ਲਿਆ। ਬਹੀ 'ਤੇ ਲਿਖਿਆ ਤਾ ਬੁੱਧੂ ਦੇ ਨਾਂ ਬੈ, ਸਾਰਾ ਕੁਛ। ਬਾਣੀਆਂ ਨੇ ਕੁੰਜੀ ਫੜਾ ਦੀ। ਕਹਿੰਦਾ ਫੜੋ। ਭਾਈ ਜਦੋਂ ਅੰਦਰ ਬੁੜੀ ਕਹਿੰਦੀ ਲੈ ਬੁੱਧੂ ਤੇਰੀ ਐ ਤੈਨੂੰ ਪੁੱਤ, ਕਹਿੰਦੀ ਰੱਬ ਤੇਰਾ ਸਾਹ ਦਿੰਦਾ। ਕਹਿੰਦੀ ਝੁੰਬੀ ਜੋ, ਕਹਿੰਦੀ ਵੱਡੇ ਅਸਲੀ ਮਕਾਨ 'ਚ ਭੇਜ ਤੇ। ਕਹਿੰਦਾ ਤਾਈਏ ਰੱਬ 'ਤੇ ਡੋਰੀਆਂ ਨੇ। ਪਰ ਭਾਈ ਬੁੜੀ ਬੁੜਾ ਕਹਿਣਾ ਵੀ ਪੈਸੇ ਕਿੱਥੋਂ ਆ ਗਏ ਇਹਦੇ ਕੋਲ ਇੰਨੇ ਰੁਪਈਏ? ਪਏ ਜੱਟ ਕੋਈ ਤਾਂ ਇੰਨੇ ਬਣਦੇ ਨਹੀਂ। ਉਹ ਬੁੜਾ ਕਹਿੰਦਾ ਕਿਤੇ ਮਾਇਆ ਹੱਥ ਲੱਗ ਗਈ ਹੂ ਇਹਦੇ, ਕੀ ਦੇਖਣ ਨੂੰ ਕਮਲਾ ਜਿਹਾ ਲੱਗਦਾ। ਕਹਿੰਦਾ ਭੈਣ ਦਾ ਊਂ ਨਾ ਕੋਈ ਚੋਰੀ ਕਰੀ ਹੋਵੇ ਕਿਸੇ ਦੀ ਨੇ। ਕਹਿੰਦੀ ਚੱਲ ਆਪਾਂ ਨੇ ਕੀ ਲੈਣਾ, ਕਿਸ ਕਰਿਆ? ਕਹਿੰਦੀ ਘਰ ਵਧੀਆ ਲੈ ਲਿਆ। ਭਾਈ ਉਹਨੇ ਦੂਜੇ ਦਿਨ ਬਹੂਆਂ ਨੂੰ ਲਾਤਾ। ਕਹਿੰਦੀ ਇਹਦੇ ਨਾਲ ਮਾਂਜਾ ਮਾਰ ਕੇ ਘਰ ਚੜ੍ਹਾ ਦਿਓ ਸਾਰਾ ਸਮਾਰ ਕੇ। ਕੋਈ ਜਿੰਦਾ ਕੁੰਡਾ ਲੱਗਿਆ ਤੀ, ਜਾਲੇ ਲੱਗੇ ਪਏ ਅੰਦਰ, ਸੁੰਨੇ ਘਰ 'ਚ ਧੂੜ ਧਾੜ ਧੱਪਾ ਪੈ ਜਾਂਦਾ। ਉਹਨਾਂ ਨੇ ਤਿੰਨਾਂ ਨੇ ਲਾ ਕੇ ਨਾਲ ਐਨ ਮਾਂਜੇ ਮੂੰਜੇ ਮਾਰ ਕੇ ਸਾਫ਼ ਕਰਕੇ। ਕਹਿੰਦੀ ਲੈ ਬੇਬੇ ਦੇਖ ਲਾ। ਕਹਿੰਦੀ ਠੀਕ ਆ, ਵਧੀਆ ਬਣ ਗਿਆ। ਉਹ ਕਹਿਣ ਲੱਗੀ ਬੇਬੇ ਮੇਰੇ ਨਾਲ ਇੱਕ ਦਿਨ ਬਾਜ਼ਾਰ ਚੱਲ ਕੇ ਨਾ
ਮੈਨੂੰ ਸਾਨੂੰ ਉਹ ਦਵਾ ਕੇ ਲਿਆ, ਨਾ ਤਾਂ ਸਿਆਲੂ ਬਿਸਤਰੇ ਨਾਲੇ ਹਾੜੂ। ਕੱਲ੍ਹ ਨੂੰ ਮੇਰੇ ਪੇਕੇ ਵੀ ਆਉਣਗੇ, ਮੈਂ ਵਸਾਊਂਗੀ ਇਹਨੂੰ। ਚੱਲ ਮੰਜੇ ਤਾਂ ਕਹਿੰਦੀ 4 ਹੈਗੇ ਹਜੇ, ਵਧੀਆ ਮੰਜੇ ਨੇ ਕਹਿੰਦੀ ਬਾਣੀਆਂ ਦੇ। ਭਾਈ ਬੁੜੀ ਨਾਲ ਗਈ, ਉੱਥੋਂ ਗਦੈਲੇ ਦਾ ਕੱਪੜਾ ਅਤੇ ਰਜਾਈਆਂ ਦਾ ਇੱਕ ਪਾਰ ਦੇ। ਹੁਣ ਪੈਸੇ ਕੋਲੇ ਤੀ 500 200-300 ਰੁਪਈਆ ਲੈ ਗਿਆ ਬਾਸਣੀ 'ਚ ਪਾ ਕੇ, ਲੱਕ ਨਾ ਬੰਨ੍ਹ ਕੇ। ਵਧੀਆ ਤੋਂ ਵਧੀਆ ਲਈ ਹੈ ਬੁੜੀ, ਝਾਕ ਕੇ ਵੀ ਹਰੇਕ ਚੀਜ਼ ਚੰਗੀ ਨੂੰ ਹੱਥ ਪਾਉਂਦੀ ਹੈ। ਪੈਸੇ ਬਾਣੀਆਂ ਕਹੇ ਭਈ ਪੈਸੇ ਹੈਗੇ, ਕਹਿੰਦੇ ਪੈਸਿਆਂ ਨਾਲ ਹੀ ਲਵਾਂਗੇ ਤੇ ਚੱਕ ਕੇ ਤਾਂ ਨਹੀਂ ਜਾਂਦੇ। ਭਾਈ ਜਦੋਂ ਬਾਸਣੀ ਖੋਲ੍ਹੀ, ਕੱਢੇ ਪੈਸੇ, ਬਾਣੀਏ ਦੇ ਦੰਦ ਜੁੜ ਗਏ। ਭਾਂ ਦੇਖਣ ਨੂੰ ਜੱਟ ਜਿਹਾ ਲੱਗਦਾ, ਰੁਪਈਏ ਬੜੇ ਲਈ ਬੈਠਾ। ਕਹਿੰਦੀ ਚੱਕ ਰੁਪਈਏ। ਭਾਈ ਲੈ ਲਿਆ ਸਮਾਨ ਸਾਰਾ। ਕਹਿੰਦੀ ਤਾਈ ਹੁਣ ਐਂ ਕਰ, ਕਹਿੰਦੀ ਰੂੰ ਦਵਾ। ਕਹਿੰਦੀ ਇੱਥੇ ਤੇਲੀ ਹੈਗਾ ਸ਼ਹਿਰ 'ਚ, ਆਪਾਂ ਚੱਲਦੇ ਹਾਂ ਉਹਦੇ ਕੋਲ। ਭਾਈ ਉਹਨੇ ਜਾ ਕੇ ਕਹਿੰਦੀ ਐਂ ਕਰ, ਇਹ ਲਾ ਲੈ ਪਾਪਾ, ਇੰਨੇ ਕੱਪੜੇ ਲੈਣੇ ਤੂੰ, ਚਾਦਰੇ ਤਾਂ ਲੈ ਲੈ, ਲੱਠੇ ਦੇ 2 ਵਿੱਚ ਸਮਾਨ ਬੰਨਾਂਗੇ। ਕਹਿੰਦੀ ਹਾਂ ਬਈ ਸ਼ੇਠ ਦੇ ਕੱਪੜਾ ਸਾਨੂੰ ਮੁਫਤ ਦਾ। ਕਹਿੰਦਾ ਲੈ ਲਓ। ਭਾਈ ਇੱਕ ਸਾਰਾ ਸਮਾਨ ਬੰਨ੍ਹ ਕੇ ਪੰਡ ਰੋਦੂ ਦੇ ਸਿਰ 'ਤੇ ਧਰਤੀ, ਤੇਲੀ ਦੇ ਵਾਗੇ। ਕਹਿੰਦੀ ਰੂੰ ਦਵਾ ਮੈਨੂੰ। ਬੁੜੀ ਨੂੰ ਪਤਾ ਤੀ ਵੀ ਇੰਨੀ ਕੁ ਪੈਂਦੀ, ਰੂੰ ਦਵਾਤੀ। ਰੂੰ ਵਾਲੀ ਪੰਡ ਆਪ ਚੱਕ ਲਈ, ਘਰ ਆ ਗਏ। ਘਰ ਆ ਕੇ ਭਾਈ ਆਪਦੀਆਂ ਦਰਾਣੀਆਂ ਜਠਾਣੀਆਂ ਨੂੰ ਨਾ ਦੂਜਿਆਂ ਨੂੰ ਦਿਖਾਇਆ ਵੀ ਆਹ ਲਿਆਇਆ ਸੀ। ਕਹਿੰਦੀ ਸੋਹਣੇ ਹੈ, ਵਧੀਆ ਨੇ। ਕਹਿੰਦੀ ਤੇਰੇ ਨਾਲ ਭਰਾ ਦਿਆਂਗੇ ਅਸੀਂ। ਕਹਿੰਦੀ ਵੀ ਸੰਸ ਰੋ, ਮੈਂ ਜਾਣਦੀ ਹਾਂ ਭਰਨ, ਮੇਰੇ ਨਾਲ ਨਗੰਦੇ ਨਗੁੰਦੇ ਪਵਾ ਦਿਓ, ਚੱਲ ਤਾਂ ਆਪਾਂ ਗੱਲਾਂ ਬਾਤਾਂ ਕਰਾਂਗੇ। ਕਹਿੰਦੀ ਚੰਗਾ। ਭਾਈ ਉਹ ਕਹਿਣ ਲੱਗੀ, ਕਹਿੰਦੀ ਰੋਜ਼ ਇਹਨਾਂ ਦਾ ਆਪਾਂ ਦੁੱਧ ਮੰਗਦਾ, ਲੋਟ ਨਹੀਂ। ਕਹਿੰਦਾ ਹੁਣ, ਕਹਿੰਦੀ ਮੈਂਸ ਲੈ। ਕਹਿੰਦਾ ਮੈਂਸ ਲੈ ਲੈਂਦੇ ਹਾਂ। ਉਹ ਆਪਦੇ ਤਾਏ ਨੂੰ ਕਹਾਂ, ਤਾਇਆ ਸੱਜਰ ਸੂਈ ਸਾਨੂੰ ਮੈਂਸ ਦਵਾ। ਤੇਰੀ ਨੂੰਹ ਕਹਿੰਦੀ ਹੈ ਵੀ ਘਰ ਦਾ ਦੁੱਧ ਚਾਹੀਦਾ। ਕਹਿੰਦਾ ਕਾਹਨੂੰ ਮੱਥਾ ਮਾਰ ਦੂੰ ਆਪਣੇ ਲਈ। ਕਹਿੰਦਾ ਨਹੀਂ। ਭਾਈ ਮੈਂਸ ਲਿਆਤੀ, ਹੁਣ ਕੋਲੇ ਪੈਸੇ ਦੀ ਵਧੀਆ ਮੈਂਸ ਲੈ ਲਈ ਸੱਜਰ ਸੂਈ। ਉਹ ਕਹਿੰਦਾ ਐਂ ਕਰੀ ਹੁਣ, ਕਹਿੰਦਾ ਤੂੰ ਕਿਸੇ ਦੇ ਹਰਾ ਲੈਣ ਦੀ ਲੋੜ ਨਹੀਂ, ਸਾਡੇ ਕੱਖ ਬਥੇਰਿਆ, ਸਾਡਾ ਸੀਰੀ ਛੱਟ ਜਾ ਕਰੂ ਤੇਰੇ ਇੱਕ ਪੰਡ ਹਰੇ ਦੀ। ਅਤੇ ਤੂੜੀ ਮੈਂ ਕਹਿ ਦੇਣਾ ਮੁੰਡਿਆਂ ਨੂੰ, ਉਹ ਛੱਟ ਜਾਂਦੇ ਨੇ। ਕਮਰਾ ਬਾਣੀਏ ਦਾ ਘਰ ਮੈਂਸ ਰੱਖੀ ਅਤੇ ਤੂੜੀ ਤਾੜੀ ਵਾਸਤੇ ਅੱਡ, ਮੈਂਸ ਵਾਸਤੇ ਕਮਰਾ ਪਾਇਆ ਤੀ। ਉਹਨਾਂ ਨੂੰ ਕਹਿੰਦਾ ਐਂ ਕਰੋ ਮੁੰਡੇ ਦੇ 10-15 ਪੰਡਾਂ ਤੂੜੀ ਦੀਆਂ ਛੱਡ ਦਿਓ ਕਮਰੇ 'ਚ। ਭਾਈ ਦੁੱਧ, ਘਰ ਦਾ ਦੁੱਧ ਹੋ ਗਿਆ। ਉਹਨੇ ਫਿਰ ਜਦੋਂ ਰਜਾਈਆਂ ਰਜੂਈਆਂ ਅੰਦਰ ਨੂੰ ਗੁੰਦ ਕੇ ਸਾਰਾ ਕੁਛ, ਕਹਿੰਦੀ ਬੇਬੇ ਐਨੇ ਉਹਦੀ, ਕਹਿੰਦੀ ਹੁਣ ਉਹ ਕਹਿੰਦੀ ਮੇਰੇ ਮਾਂ ਪਿਓ ਮੇਰੇ ਯਾਦ ਆਉਂਦੇ ਨੇ ਉਹਨੂੰ। ਕਹਿੰਦੀ ਉਹ ਕਹਿੰਦਾ ਫਿਰ ਹੁਣ, ਕਹਿੰਦੀ ਚਿੱਠੀ ਪਾ ਦਿੰਦੇ ਹਾਂ। ਉਦੋਂ ਕਹਿੰਦਾ ਫੋਨ ਉਹਦੇ, ਕਹਿੰਦਾ ਪਾ ਦਿਓ ਨੇ ਭਾਈ ਚਿੱਠੀ ਪਾਤੀ। ਬੇਬੇ ਵੀ ਤੁਸੀਂ ਮੈਨੂੰ ਮਿਲ ਕੇ ਜਾਓ, ਫਲਾਨਾ ਮੇਰੇ ਸਹੁਰੇ ਨੂੰ ਆ, ਫਲਾਨੀ ਮੇਰੀ ਸੱਸ ਨੂੰ ਆ, ਫਲਾਨਾ ਪਿੰਡ ਹੈ, ਤੁਸੀਂ ਆ ਕੇ ਜਾਓ, ਨਾ ਸਾਡਾ ਘਰ ਦੇਖ ਜਾਓ ਆ ਕੇ। ਜੋ ਚਿੱਠੀ ਗਈ ਬੁੜੀ ਨੇ ਬਾਣੀਏ ਤੋਂ ਪੜ੍ਹਾਈ, ਉਹ ਕਹਿੰਦਾ ਮਾਈ ਤੇਰੇ ਕੁੜੀ ਦੀ ਚਿੱਠੀ ਹੈ, ਫਲਾਨੇ ਪਿੰਡੋਂ ਆਈ ਹੈ। ਭਾਈ ਚਿੱਠੀ ਪੜ੍ਹ ਕੇ ਘਰ ਆ ਕੇ ਬੁੜੇ ਨੂੰ ਕਹਿੰਦੀ ਆਪਣੀ ਸਵਰਨਾ ਦੀ ਚਿੱਠੀ ਆਈ ਹੈ ਵੀ ਸਾਨੂੰ ਮਿਲ ਕੇ ਜਾਓ। ਉਹ ਕਹਿੰਦਾ ਫਿਰ ਆਪਾਂ ਮਿਲ ਆਵਾਂਗੇ। ਭਾਈ ਜਦੋਂ ਉਹ ਤੁਰ ਕੇ ਆਉਂਦੇ ਤਕੜੇ ਬੰਦਿਆਂ ਕੋਲ ਸਵਾਰੀ ਹੁੰਦੀ, ਬੋਤਾ ਚਾਹੇ ਘੋੜੀ, ਨਹੀਂ ਤਾਂ ਤੁਰਦੇ, ਕੱਚੇ ਰਾਹ ਹੁੰਦੇ। ਅਤੇ ਉਹ ਭਾਈ ਕਹਿਣ ਲੱਗੀ ਆਪਦੇ ਘਰ ਆਏ ਨੂੰ ਬੁੱਧੂ ਨੂੰ, ਕਹਿੰਦੀ ਖੋਆ ਕੱਢ ਆਪਾਂ, ਹੁਣ ਤੱਕ ਤਾਂ ਬਥੇਰੀ ਤੰਗੀ ਕੱਟ ਲਈ, ਹੁਣ ਤਾਂ ਐਸ਼ ਕਰ ਲਾ। ਭਾਈ ਉਹਦਾ ਖੋਆ ਕੱਢ ਲਿਆ। ਕੱਢਿਆ ਖੋਆ, ਪੀਪਾ ਭਰ ਲਿਆ, ਵੱਟ ਕੇ ਪਿੰਨੀਆਂ। ਕਹਿੰਦੀਆਂ ਐਂ ਕਰ, ਭਰ ਕੇ ਥਾਲ ਤਾਂ ਕਹਿੰਦੀਆਂ ਤਾਈ ਕੇ ਦੇ ਕੇ ਜਵਾਕ ਖਾ ਲੈਣਗੇ ਨਾ ਤਾਂ। ਉਹ ਕਹਿੰਦਾ ਲੈ ਤਾਈ ਤੇਰੀ ਨੂੰਹ ਨੇ ਖੋਆ ਕੱਢਿਆ, ਖਾਓ ਤੁਸੀਂ। ਉਹ ਕਹਿੰਦੀ ਅਸੀਂ ਕੱਢ ਲਾਂ ਕੋਈ ਨਾ। ਕਹਿੰਦਾ ਨਹੀਂ ਸਾਡੇ ਕੋਲ ਬਾਹਲਾ, ਅਸੀਂ ਖਰਾਬ ਹੋ ਜੂ, ਅਤੇ ਨਾਲੇ ਤੂੰ ਆਇਆ ਕਰ ਭਾਈ
ਜੋ ਤੜਕੇ ਬੁੜੀ ਆਇਆ ਕਰੇ ਨਾਲ ਜਵਾਕਾਂ ਨੂੰ ਖੋਆ ਮਿਲਣ ਲੱਗਾ। ਜਵਾਕ ਤਾਂ ਕਿਹਾ ਕਰਨ ਚਾਚੀ ਕੋਲ ਜਾਂਦੇ ਆ, ਦੁੱਧ ਦਿੱਤਾ ਕਰ ਲਿਆ ਕਰੇ ਭਾਈ ਨਾਲ ਜਵਾਕਾਂ ਨੂੰ ਪਿੰਨੀ ਨਾ ਇਹ ਬੁੜੀ ਨੂੰ ਇੰਨੇ। ਉਹ ਕਹਿੰਦੀ ਵੀ ਹੁਣ ਕੁੜੀ ਕੋਲ ਜਾਵਾਂਗੇ ਖਾਲੀ ਹੱਥ ਕੀ ਕਰਾਂਗੇ। ਮਾਂ ਕਹਿੰਦੀ ਐਂ ਕਰ ਗਮਾਂਡੀਆਂ ਗਮੂੰਡੀਆਂ ਦੇ ਦੁੱਧ ਮੰਗ ਲਾ, ਆਪਾਂ ਹੋਰ ਤਾਂ ਚੀਜ਼ ਲਿਜਾਣ ਦੀ ਪਹੁੰਚ ਨਹੀਂ, ਖੋਆ ਕੱਢ ਲੈਂਦੇ ਹਾਂ। ਖੋਆ ਕੱਢ ਕੇ ਪੀਪੀ ਭਰ ਲਈ। ਕਹਿੰਦੀ ਚੱਲ ਹੁਣ ਕੁੜੀ ਕੋਲ ਜਾਂਦੇ ਹੋ ਜਾਵਾਂਗੇ। ਭਾਈ ਜਦੋਂ ਆਏ ਉਹਨਾਂ ਨੇ ਆ ਕੇ ਪਿੰਡ 'ਚ ਪੁੱਛਿਆ ਵੀ ਅਸੀਂ ਫਲਾਣੇ ਵੀ ਬੁੱਧ ਸੂਹ ਦੇ ਜਾਣਾ। ਉਹ ਕਹਿੰਦੇ ਹੋ ਸਾਹਮਣਾ ਘਰ ਉਹਨਾਂ ਦਾ। ਜਦੋਂ ਬੀਹੀ 'ਚੋਂ ਦੇਖਿਆ ਕਹਿੰਦਾ ਕਮਾਲ ਹੈ, ਪੱਕਾ ਘਰ ਹੈ ਤਾਂ ਕਹਿੰਦਾ ਪੂਰਾ ਸੋਹਣਾ ਹੈ। ਜਦੋਂ ਆ ਕੇ ਭਾਈ ਬਾਹਰ ਖੜਕਾਇਆ, ਹਾਕ ਮਾਰੀ, ਉਹ ਬੁੱਧੂ ਨੂੰ ਕਹਿੰਦੀ ਬੋਲ ਮੇਰੀ ਮਾਂ ਦਾ ਹੈ। ਕਹਿੰਦਾ ਅੱਛਾ। ਕਹਿੰਦੀ ਹਾਂ। ਜਦੋਂ ਭਾਈ ਬਾਹਰ ਖੋਲ੍ਹਿਆ ਜਾ ਕੇ ਉਹੀ ਗੱਲ, ਬੁੜੀ ਦੇ ਬੁੱਢਾ ਬਾਹਰ 'ਚ ਖੜ੍ਹੇ। ਭਾਈ ਭੱਜ ਕੇ ਬੁੜੀ ਨੇ ਤਾਂ ਗੱਲ ਲਾਈ, ਘਰ ਦੇਖ ਕੇ ਖੁਸ਼ ਹੋ ਗਏ। ਅਤੇ ਭਾਈ ਵੀ ਆਹਾ ਬਈ ਸਾਡੀ ਧੀ ਤਾਂ ਰਾਜੇ ਘਰੇ ਆ ਗਈ। ਗੱਲਾਂ ਬਾਤਾਂ ਕਰੀਆਂ। ਕਹਿੰਦੀ ਬੇਬੇ ਮੈਂ ਤਾਂ ਹੁਣ ਇੱਛਾ ਕਰਦੀਆਂ ਮੌਜ ਕਰਦੀਆਂ। ਕਹਿੰਦੀ ਅਸੀਂ ਤਾਂ ਕਹਿ ਦਿੱਤੀ ਵੀ ਜਿਹੜਾ ਰਥ 'ਚ ਆਇਆ ਤਕੜੇ ਘਰ ਦਾ ਮੁੰਡਾ ਹੀ ਹੈ। ਭਾਈ ਕਹਿੰਦੀ ਬੁੜੀ ਕਹਿੰਦੀ ਲੈ ਖੋਆ ਖਾ ਲਓ। ਕਹਿੰਦੀ ਖੋਆ ਤਾਂ ਬੇਬੇ ਸਿਆ ਦੇਖ ਮੈਂ ਸਾਡੇ ਕੋਲ ਅਸੀਂ ਪੀਪਾ ਭਰੀ ਬੈਠੇ ਹਾਂ। ਭਾਈ ਚੰਗਾ ਦੁੱਧ ਤੱਤਾ ਕਰਕੇ ਪਿਆ। 2 ਦਿਨ ਬੜਾ ਬੁੜੀ ਰੱਖੇ, ਘਰ ਦਿਖਾਇਆ ਸਾਰਾ। ਕਹਿੰਦੇ ਵੀ ਬਹੁਤ ਸੋਹਣਾ ਘਰ ਹੈ। ਕਹਿਣ ਲੱਗੀ ਤੁਸੀਂ ਪੁੱਤ ਸਾਨੂੰ ਫਿਰ ਕਦੋਂ ਮਿਲ ਕੇ ਆਓ। ਕਹਿੰਦੇ ਬੇਬੇ ਅਸੀਂ ਆਵਾਂਗੇ ਕੋਈ ਨਾ, ਹਜੇ ਸਾਡਾ ਇੱਧਰ ਕੰਮ ਖਾਸਾ, ਸਾਡੇ ਕੋਲ ਸਮਾਨ ਸਮੂਨ ਲੈਣਾ ਅਸੀਂ। ਕਹਿੰਦੀ ਚੰਗਾ। ਭਾਈ ਬੁੱਢਾ ਬੁੜੀ ਤਾਂ ਖੁਸ਼ ਹੋ ਗਏ, ਵਿਦਾ ਹੋ ਗਏ। ਉਹਨੇ ਆਪਦੀ ਮਾਂ ਪਿਓ ਉਹ ਤਾਈ ਸੱਦ ਲਈ। ਕਹਿੰਦੀ ਤਾਈ ਮੇਰੀ ਮਾਂ ਆਹ ਮੇਰਾ ਪਿਓ ਹੈ। ਚੱਲ ਬੁੜੀ ਨੇ ਗੱਲਾਂ ਕਰੀਆਂ ਵੀ ਕੁੜਮਣੀ ਆ ਗਈ। ਉਹ ਕਹਿੰਦੀ ਜੀ ਮੇਰੀ ਧੀ ਨਿਆਣੀ ਹੈ, ਤੁਸੀਂ ਹੱਥ ਰੱਖਣਾ। ਕਹਿੰਦੀ ਨਾ ਮੇਰੀ ਬੋਲਾਂ ਸੀ ਘਰ, ਮੈਂ ਇਹਦੇ ਕੋਲ ਹੀ ਰਹਿਣੀ ਹਾਂ। ਜੇ ਬੁੱਧੂ ਬਾਹਰ ਅੰਦਰ ਜਾਂਦਾ ਮੈਂ ਇਹਦੇ ਕੋਲ ਪੈਂਦੀ ਹਾਂ। ਭਾਈ ਬੁੜੀ ਤਾਂ ਮੁੜ ਗਈ। ਉਹ ਕਹਿੰਦੀ ਐਂ ਕਰੋ ਤਾਈ, ਕਹਿੰਦੀ ਕੰਧ ਵੀ ਦੀ ਵਾਰ ਹੀ ਭੰਨ ਲਓ, ਆਪਾਂ ਆਉਂਦੇ ਜਾਂਦੇ ਵਧੀਆ ਰਹਾਂਗੇ, ਕਿੱਥੇ ਬੀਹੀ ਆਉਣੇ ਆ। ਕਹਿੰਦੀ ਚੰਗਾ। ਭਾਈ ਪਿੰਡ 'ਚ ਗੱਲਾਂ ਹੋਣ ਵੀ ਉਹ ਭਾਂ ਦਾ ਬੁੱਧੂ ਦੇ ਓਏ ਪਤਾ ਨਹੀਂ ਕਿੱਥੋਂ ਮਾਇਆ ਆਈ ਆ, ਜਨਾਨੀ ਬੜੀ ਸੋਹਣੀ ਲਿਆਇਆ, ਬੜੇ ਕਰਮ ਨੇ ਤਕੜੇ ਇਹਦੇ। ਭਾਈ ਜਦੋਂ ਉਹਨਾਂ ਨੂੰ ਲੋਕ ਜਾ ਕੇ ਦੱਸਣ ਭਾਵੇਂ ਤੁਸੀਂ ਤਾਂ ਬੁੱਧੂ ਦੀ ਕੂਲੀ ਫੂਕਤੀ ਤੇ ਉਹਦਾ ਮਹਿਲ 'ਚ ਬੈਠਾ ਹੈ। ਭਾਈ ਪਛਤਾਉਣ ਲੋਕ, ਅਗਲਾ ਕਹੇ ਦੇਖ ਤੁਸੀਂ ਤਾਂ ਜਾਣਦੇ ਦੀ ਵਸ ਗਿਆ, ਉਹ ਤੁਸੀਂ ਉੱਜੜ ਗਏ, ਤੁਹਾਡੇ ਕੋਲ ਹੁਣ ਕੀ ਰਹਿ ਗਿਆ। ਭਾਈ ਤੀਵੀਆਂ ਕਹਿਣ ਤੁਸੀਂ ਧੱਕਾ ਕਰਦੇ ਰਹੇ ਹੋ, ਆਪਾਂ ਪੱਟੇ ਗਏ, ਆਪਣੇ ਕੋਲ ਕੀ ਹੈ, ਕੋਈ ਜਵਾਕ ਨਹੀਂ, ਚੱਲਾ ਨਹੀਂ, ਅਤੇ ਸੋਥੋਂ ਤਕੜਾ ਹੋ ਗਿਆ। ਭਾਈ ਪਛਤਾਉਣ ਕਹਿੰਦੀ ਜਾਇਓ ਤੁਹਾਡਾ ਭਾਈ ਆ। ਕਹਿੰਦੇ ਕਿਹੜੇ ਮੂੰਹ ਮੱਥੇ ਲੱਗਾਂਗੇ, ਅਸੀਂ ਨਹੀਂ ਜਾਂਦੇ। ਕਹਿੰਦੇ ਅਸੀਂ ਨਹੀਂ ਉਹਦੇ ਕੋਲ ਜਾਂਦੇ। ਕਹਿੰਦੀ ਅਸੀਂ ਵੀ ਗਈਆਂ ਤੀ ਮੋਰੀ ਵੀ ਦੀ ਦੇਖੀ ਤੀ ਇੱਧਰਲੇ ਘਰੇ ਕਚੇਰੀ 'ਚ ਦੀ ਉਦੋਂ। ਕਹਿੰਦੀ ਮੁੜ ਕੇ ਤਾਂ ਅਸੀਂ ਵੀ ਨਹੀਂ ਗਈਆਂ। ਭਾਈ ਉਹ ਕਹਿਣ ਲੱਗੀ ਉਹਦੇ ਭਰਾ ਦਾ ਵਿਆਹ ਆ ਗਿਆ, ਚਿੱਠੀ ਲੈ ਕੇ ਨਾਈ ਆ ਗਿਆ। ਉਹਨੇ ਘਰ ਪੁੱਛਿਆ, ਕਹਿੰਦਾ ਵੀ ਬੁੱਧ ਸੂਹ ਕੌਣ ਹੈ ਇੱਥੇ। ਉਹ ਭਾਈ ਦੱਸਤਾ ਕਿਸੇ ਨੇ ਵੀ ਹੋ ਸਾਹਮਣੇ ਘਰ ਵਾਲਾ ਉਹਨਾਂ ਦੇ ਆਇਆ। ਉਹਨੇ ਭਾਈ ਨਾਈ ਸਿਆਣ ਲਿਆ। ਹੁਣ ਪਿੰਡ ਦੇ ਨਾਈ ਨੂੰ ਕੁੜੀ ਕਾ ਤੇਰੀ ਭੁੱਲੀ ਹੈ। ਉਹ ਕਹਿੰਦਾ ਭਾਈ ਚਿੱਠੀ ਲੈ ਕੇ ਆਇਆ, ਤੇਰੇ ਭਰਾ ਦਾ ਵਿਆਹ ਹੈ। ਕਹਿਣ ਲੱਗੀ ਧੰਨਵਾਦ ਭਾਈ, ਚੰਗਾ ਦੁੱਧ ਦਿੱਤਾ ਕਰਕੇ ਨਾਈ ਨੂੰ ਪਿਆਇਆ, ਖੋਆ ਦਿੱਤਾ ਖਾਣ ਨੂੰ। ਕਹਿੰਦੀ ਰਾਤ ਕੱਟ ਕੇ ਜਾਈ, ਬਾਟ ਦੂਰ ਦੇ ਥੱਕਿਆ ਹੋਏਗਾ। ਰੱਖਿਆ ਜਦੋਂ ਤੜਕੇ ਜਾਣ ਲੱਗਿਆ ਭਾਈ ਦੇਖ ਕੇ ਖੇਸ, ਲੋਕ ਤਾਂ ਰੁਪਈਆ ਦਿੰਦੇ ਹੁੰਦੇ, ਉਹਨਾਂ ਦਾ 10 ਰੁਪਈਏ ਫੜਾ ਦੇ ਚਾਂਦੀ ਦੇ। ਨਾਈ ਤਾਂ ਖੁਸ਼ ਹੋ ਗਿਆ ਭੈਣ ਦਾ, ਕਹਿੰਦਾ ਆ ਤਾਂ ਲੱਜਤ ਆ ਗਈ, ਕਹਿੰਦਾ ਗੱਠ ਲੈ ਕੇ ਆਉਣ ਦੀ। ਕਹਿੰਦਾ ਨਹੀਂ ਅਗਲਾ 1 ਰੁਪਈਆ ਦਿੰਦਾ ਹੁੰਦਾ, ਲੱਤਾਂ ਰਹਿ ਜਾਂਦੀਆਂ ਨੇ। ਭਾਈ ਨਹੀਂ ਲਾਗੀ ਨੂੰ ਫਰਾਤ ਹੁੰਦੀ ਹੈ ਪਿੰਡ 'ਚ ਗਾ ਆਉਂਦਾ, ਸਾਰੇ ਪਿੰਡ 'ਚ ਗਾਤਾ ਉਹ ਇਹਨਾਂ ਦੀ ਕੁੜੀ ਤਾਂ ਬੜੇ ਤਾਕੜੇ ਘਰ ਭਾਈ ਵਿਆਹੀ ਗਈ। ਮੈਨੂੰ ਤਾਂ 10 ਰੁਪਈਏ ਦਿੱਤੇ ਉਹਨਾਂ ਨੇ ਚਾਂਦੀ ਦੇ। ਉਦੋਂ ਤਾਂ ਮੈਂ ਚਾਂਦੀ ਦੇ 10 ਰੁਪਈਆਂ ਦੀ ਬਹੁਤ ਕੀਮਤ ਦੀ। ਅੱਧੇ ਪਿੰਡ 'ਚ ਤਾਂ ਉਹਨੇ ਗਾਤਾ ਬੜਾ ਤਕੜਾ, ਬੜਾ ਤਕੜਾ ਹੈ। ਭਾਈ ਜਿਹੜਾ ਪੁੱਛੇ ਅਗਲਾ ਤੁਹਾਡਾ ਜਮਾਈ ਤਾਂ ਦੱਸਦੇ ਨੇ ਬੜਾ ਤਕੜਾ ਹੈ। ਰਾਜਾ ਕਹਿੰਦਾ ਮੈਨੂੰ 10 ਰੁਪਈਏ ਦਿੱਤੇ ਨੇ ਆਉਂਦੇ ਨੂੰ। ਉਹ ਕਹਿੰਦੇ ਹਾਂ ਆਹ ਤੁਹਾਡੀ ਕੁੜੀ ਦੇ ਕਰਮ ਜਾਗ ਪਏ। ਉਹ ਕਹਿਣ ਲੱਗੀ ਕਹਿੰਦੀ ਉਹ ਕਹਿੰਦਾ ਹੁਣ ਫਿਰ
ਸੋ ਨਹੀਂ ਚੱਲਣਾ। ਕਹਿੰਦੀ ਐਂ ਕਰ ਹੁਣ ਨਾਲ ਤਾਈ ਨੂੰ ਲੈ ਚੱਲ ਸੁਨਿਆਰ ਦੇ ਚੱਲ। ਕਹਿੰਦਾ ਟੂਮਾ ਟਾਮਾ ਕਰਾ ਲਾ ਹੁਣ ਜਿਵੇਂ ਤੇਰਾ ਮਰਜ਼ੀ ਚਿੱਤ ਮੰਨਦਾ, ਵਧੀਆ ਟੂਮਾ ਪਾ ਕੇ ਚੱਲੀ। ਕਹਿੰਦੀ ਤਾਈ ਤੂੰ ਸਾਡੇ ਨਾਲ ਚੱਲ, ਸਿਆਣੀ ਐ। ਕਹਿੰਦਾ ਮੈਂ ਤਾਂ ਸਾਨੂੰ ਟੂਮਾ ਦਵਾ ਕੇ ਲਿਆ ਉੱਥੇ। ਕਹਿੰਦਾ ਨਾਲੇ ਅੱਜ ਕੱਪੜੇ ਲਿਆਉਣੇ, ਇਹਦੇ ਭਰਾ ਦਾ ਵਿਆਹ ਹੈ। ਕਹਿੰਦੀ ਚੰਗਾ ਭਾਈ। ਉਹ ਬਾਸਣੀ ਬੰਨ੍ਹ ਲਈ ਪੈਸਿਆਂ ਦੀ, ਸੁਨਿਆਰ ਦੀ ਵਗ ਗਈ। ਉਹ ਕਹਿੰਦੇ ਸਰਾਫ ਨੂੰ ਕਹਿੰਦੇ ਵੀ ਸਾਨੂੰ ਸਿਉਣਾ ਚਾਹੀਦਾ। ਉਹ ਕਹਿੰਦਾ ਕੈ ਤੋਲੇ? ਉਹ ਬੁੱਧੂ ਕਹਿੰਦਾ ਤੋਲੇ ਤਾਂ ਬਾਅਦ 'ਚ, ਪਹਿਲਾਂ ਦੱਸ ਕਹਿੰਦਾ ਕਿਹੜੀ ਕਿਹੜੀ ਚੀਜ਼ ਲੈਣੀ ਹੈ। ਉਹ ਕਹਿੰਦੀ ਸੱਗੀ ਫੁੱਲ। ਕਹਿੰਦਾ ਠੀਕ ਆ। ਸੁਨਿਆਰ ਲੱਗ ਗਿਆ ਲਿਖਣ। ਅਤੇ ਕਹਿੰਦੀ ਵਾਲੀਆਂ, ਪਿੱਪਲ ਪੱਤੀਆਂ, ਗੁਲੂਬੰਦ, ਗਾਜਰੇ ਹੱਥਾਂ ਦੇ ਹੁੰਦੇ ਪਹਿਲੀਆਂ 'ਚ, ਗੁਲੂਬੰਦ ਹੁੰਦਾ ਬੁੜੀਆਂ ਦੇ ਸਿਉਣੇ ਦਾ। ਉਹਨੇ ਪੂਰੀਆਂ ਟੂਮਾਂ ਗਣਿਆਤੀਆਂ। ਕਹਿੰਦੀ ਜਨਾਨੀ ਛਾਂਪ। ਕਹਿੰਦੀ ਇੱਕ ਕੰਠਾ 11 ਡੋਡਿਆਂ ਦਾ। ਭਾਈ ਸੁਨਿਆਰ ਮੂੰਹ ਕੰਨੀ ਝਾਕੀ, ਭਾਵੇਂ ਦੇਸੀ ਜਿਹੇ ਬੰਦੇ ਨੇ, ਸਿਉਣਾ ਵਾਲੇ ਪੈਸਿਆਂ ਦਾ ਗਣਾਈ ਜਾਂਦੀ ਹੈ ਇਹ। ਭਾਈ ਬੁੜੀ ਵੀ ਝਾਕੀ ਜਾਵੇ ਵੀ ਹੈਂ। ਉਹ ਕਹਿਣ ਲੱਗੇ ਜੀ ਵੀ ਇੱਕ ਕੜਾ ਅਤੇ ਬੰਦੇ ਮਰਦਾਂ ਵਾਲੀ ਛਾਂਪ, ਅਤੇ ਇੱਕ ਛਾਂਪ ਕਹਿੰਦੀ ਬੁੜੀਆਂ ਵਾਸਤੇ, ਜਨਾਨੀਆਂ ਵਾਸਤੇ। ਉਹਨੂੰ ਲਿਖ ਕੇ ਸਾਰਾ ਹਿਸਾਬ ਲਾ ਕੇ ਉਹ ਕਹਿੰਦਾ ਬੁੱਧੂ ਕਹਿੰਦਾ ਪੈਸੇ ਦੱਸੋ। ਉਹ ਕਹਿੰਦਾ ਰੁਪਈਆ 250 ਹੋ ਗਿਆ, ਕਿਉਂ ਉਦੋਂ ਸੌ ਬਾਹਲਾ ਦੀ ਸਿਉਣਾ। ਭਾਈ ਉਹਨੇ ਬਾਸ ਨਹੀਂ ਖੋਲ੍ਹੀ। ਕਹਿੰਦਾ ਸੇਠ ਡਰਨਾ, ਨਗਦ ਦੇਵਾਂਗੇ, ਉਧਾਰ ਨਹੀਂ ਕਰਦੇ। ਉਹ ਦਿੱਤੇ ਪੈਸੇ ਐਂ ਸਰਾਫ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਵੀ ਦੇਸੀ ਆ ਜੱਟ ਆ, ਰੁਪਈਏ ਬੜੇ ਲਈ ਫਿਰਦਾ। ਉਹ ਕਹਿੰਦੀ ਵੀ ਤਾਈ ਪਾ ਕੇ ਦੇਖਾ, ਸੰਪ ਤਾਂ ਤੇਰੇ ਪਿੱਛੇ ਲਈ ਹੈ। ਉਹ ਕਹਿੰਦੀ ਨਾ ਨਾ। ਉਹ ਕਹਿੰਦਾ ਬੇਬੇ ਤੂੰ ਮੇਰੀ ਮਾਂ ਹੈ, ਮੇਰੇ ਮਾਂ ਤਾਂ ਹੈ ਨਹੀਂ, ਤੂੰ ਸਾਡੀ ਮਾਂ ਹੈ। ਇਹ ਨਹੀਂ, ਮੈਂ ਤੈਨੂੰ ਖਾਲੀ ਨਹੀਂ ਲੈ ਕੇ ਜਾਂਦਾ। ਭਾਈ ਬੁੜੀ ਦੇ ਪਾਤੀ ਸਿਉਣੇ ਦੀ ਸਾਂਪ। ਬੁੜੀ ਦਾ ਚੌੜੀ ਹੋ ਗਈ ਵੀ ਆਹ ਤਾਂ ਮੇਰਾ ਤਾਂ ਸਤਿਕਾਰ ਕੁੜਮਾਂ ਨੇ ਨਹੀਂ ਕਰਿਆ ਜਿੰਨਾ ਇਹਨਾਂ ਨੇ ਕਰਤਾ। ਕਹਿੰਦੀ ਹੁਣ ਟੂਮਾ ਸਾਨੂੰ ਕਹਿੰਦਾ ਪਰਸੋਂ ਨੂੰ ਚਾਹੀਦਾ। ਕਹਿੰਦਾ ਸਵੇਰੇ ਤੁਹਾਡੇ ਕੁਛ ਤਾਂ ਤਿਆਰ ਪਈਆਂ ਤਾਂ ਲੈ ਜਾਓ, ਸਵੇਰੇ ਤੁਹਾਡੇ ਘਰੇ ਪਹੁੰਚਦੀਆਂ ਹੋ ਜਾਣਗੀਆਂ, ਤੋਲ ਕੇ ਦੇ ਆਊਂ। ਕਹਿੰਦਾ ਵੀ ਚੰਗਾ। ਕਹਿੰਦੀ ਆ ਜਾ ਹੁਣ ਆਪਾਂ ਕੱਪੜੇ ਲੈ ਲਈਏ। ਭਾਈ ਬੁੜੀ ਝੋਲੇ 'ਚ ਪਾਇਆ ਸਿਉਣਾ ਉਹਨਾਂ ਨੇ, ਜੋ ਬਾਣੀਆਂ ਦੇ ਵਾਗੇ। ਉਹ ਕਹਿੰਦਾ ਲੈ ਗੱਲ ਹੈ, ਸਿਰੇ ਦੇ ਕੱਪੜੇ ਲੈ ਲਾ। ਕਹਿੰਦਾ ਹੁਣ ਤੇਰੇ ਭਾਈ ਦੇ ਵਿਆਹ ਜਾਣਾ। ਭਾਈ ਉਹਨੇ ਵਧੀਆ ਚੰਗੇ ਤੋਂ ਚੰਗਾ ਕੱਪੜੇ ਆਪਦੇ ਉਹਦੇ। ਕਹਿੰਦਾ ਇੱਕ ਸੂਟ ਤਾਈ ਨੂੰ ਲੈ ਲਾ ਨਾਲ। ਉਹ ਕਹਿੰਦੀ ਪੁੱਤ ਨਹੀਂ। ਕਹਿੰਦਾ ਨਹੀਂ, ਤੂੰ ਮੇਰੀ ਮਾਂ, ਤੈਨੂੰ ਅਸੀਂ ਆਪਦੇ ਨਾਲ ਹੀ ਰੱਖਾਂਗੇ। ਭਾਈ ਉਹਨੇ ਤਾਂ ਚੱਲਦੇ ਨੇ। ਭਾਈ ਲੈ ਕੇ ਕੱਪੜਿਆਂ ਦੀ ਗਾਂਢੜੀ ਸਿਰ 'ਤੇ ਧਰਤੀ, ਉਹਦੇ ਘਰੇ ਆ ਗਏ। ਜਿਹੜੇ ਪਾਉਣੇ ਦੀ ਕਹਿੰਦਾ ਦਰਜੀ ਨੂੰ ਹੁਣੇ ਮੇਚ ਦੇ ਦੇ। ਕਹਿੰਦਾ ਘਰੇ ਕਿੱਥੇ ਦਰਜੀ ਆਊਗਾ। ਉਹਨੂੰ ਕਹਿੰਦਾ ਵੀ ਅਸੀਂ ਵਿਆਹ ਜਾਣਾ। ਉਹ ਕਹਿੰਦਾ ਤੇਰੇ ਘਰੇ ਪਹੁੰਚਾ ਦਿਆਂਗੇ। ਭਾਈ ਕਹਿਣ ਲੱਗਿਆ ਜੋੜੇ ਦਾ ਆਪਣੇ ਕਹਿੰਦਾ ਪਿੰਡ ਹੈਗਾ ਰਮਦਾਸੀਆ, ਉਹ ਤੋਂ ਲੈ ਲੈਂਦੇ ਹਾਂ। ਉਹ ਕਹਿੰਦੀ ਇੱਥੋਂ ਬਾਜ਼ਾਰ 'ਚੋਂ ਹੀ ਲੈ ਲਾ। ਬਈ ਬਾਗੇ ਮੋਚੀਆਂ ਦੇ। ਉਹ ਕਹਿਣ ਲੱਗਾ ਵੀ ਇੱਕ ਰੰਗ ਦੀ ਜੋੜੇ ਦਿਖਾ ਦੇ ਜਨਾਨੀ ਤੇ ਮਰਦ ਦੇ। ਭਾਈ ਸਿਰੇ ਦੇ ਜਿਹੜੇ ਕੱਢਵੇਂ ਦੀ ਉਹ ਜਨਾਨੀ ਨੂੰ ਲੈ ਲਿਆ, ਆਪ ਲੈ ਲਿਆ। ਬੁੜੀ ਜਾ ਕੇ ਵੀ ਹੈਂ ਗੱਲ ਵੀ ਤਾਂ ਐਨ ਸਿਰੇ ਦੀ ਚੀਜ਼ ਨੂੰ ਹੱਥ ਪਾਉਂਦੇ ਆ। ਪਾ ਕੇ ਦੇਖ ਕੇ ਕਹਿੰਦਾ ਵੀ ਠੀਕ ਆ। ਭਾਈ ਲੈ ਕੇ ਜੁੱਤੀ ਦੋਨਾਂ ਨੇ ਆ ਗਏ, ਤਿਆਰੀ ਕਰ ਲਈ ਵਿਆਹ ਦੀ। ਕਹਿੰਦਾ ਲੈ ਵੀ ਤਾਈ ਤੈਂ ਤੇ ਮੇਰੇ ਤਾਏ ਨੇ ਘਰੇ ਪੈਣਾ, ਤੁਸੀਂ ਆ ਮੈਸ ਮੇਰੀ ਆਪੇ ਸਾਹਮਣੇ। ਕਹਿੰਦੀ ਕੋਈ ਨਾ। ਬੁੜੀ ਕਹਿੰਦੀ ਸਾਡਾ ਬੋਤਾ ਲੈ ਜਿਓ। ਕਹਿੰਦਾ ਤਾਈ ਬੋਤਾ ਨਹੀਂ, ਰਾਤ ਲੈ ਕੇ ਜਾਵਾਂਗੇ। ਕਹਿੰਦੀ ਅੱਛਾ ਕਿ ਹਾਂ। ਭਾਈ ਗਿਆ ਦਿਖਾਣਾ ਦੇ। ਕਹਿੰਦਾ ਯਾਰ ਮੇਰੇ ਸਾਲੇ ਦੇ ਵਿਆਹ ਜਾਣਾ, ਦਿਨ ਤਾਂ ਕਹਿੰਦਾ 3-4 ਲੱਗਣਗੇ ਅਤੇ ਆਪਦੇ ਪੈਸੇ ਲਿਓ। ਕਹਿੰਦੇ ਕੋਈ ਗੱਲ ਨਹੀਂ, ਸਾਡੇ ਤਾਂ ਬਲਦਾਂ ਦੀ ਖੁਰਾਕ ਚਾਹੀਦੀ ਹੈ। ਮਿਸਤਰੀ ਕਹਿੰਦਾ
ਤੇਰੇ ਕੰਨੇ ਤਾਂ ਤੂੰ 10 ਦਿਨ ਲਾ ਲਾ, ਚਾਹੇ ਮੇਰਾ ਘਰੇ ਰੱਥ ਖੜਾ, ਮੇਰਾ ਤਾਂ ਕਿਰਾਇਆ ਬਣਦਾ। ਕਹਿੰਦਾ ਚੰਗਾ ਭਾਈ, ਕਹਿੰਦਾ ਫਲਾਣੇ ਦਿਨ ਜਾਣਾ, ਆ ਜੀ ਸਦੇ। ਹਾਂ ਕਹਿੰਦਾ ਤੁਹਾਡੇ ਬਾਹਰ 'ਚ ਰੱਥ ਸਦੇ ਹੀ ਆ ਜੂ ਭਾਈ, ਕਰ ਲਈ ਤਿਆਰੀ। ਉਹ ਕਹਿੰਦੀ ਐਂ ਗੱਲ ਆ, ਪੈਸੇ ਪੂਰੇ ਲੈ ਕੇ ਚੱਲੀ, ਤੇਰੀਆਂ ਸਾਲੀਆਂ ਨੱਚਣਗੀਆਂ। ਕਹਿੰਦੀ ਜਿੰਨਾ ਚਿਰ ਨੱਚਣ ਰੁਪਈਏ ਛਿੱਟੀ ਚੱਲੀ। ਕਹਿੰਦਾ ਪਰਵਾਹ ਨਾ ਮੰਨ। ਕਹਿੰਦੀ ਬੱਲੇ ਬੱਲੇ ਕਰਾ ਦੇ। ਕਹਿੰਦੀ ਆ ਗੱਲ, ਉਹ ਤਾਂ ਲੋਕਾਂ ਨੂੰ ਐ ਸੀ ਵੀ ਕਿਸੇ ਗਰੀਬ ਦੇ ਬਾਗੀ, ਗਰੀਬ ਦੇ ਕਹਿੰਦੀ ਪਤਾ ਲੱਗ ਜੂ। ਕਹਿੰਦਾ ਚੰਗਾ ਭਾਈ, ਰਸ 'ਚ ਬਾਗ ਕੇ ਲੈ ਗਿਆ ਬਾਸਨੀ ਰੁਪਈਆਂ ਦੀ ਲੱਕ ਨਾਲ ਬੰਨ੍ਹ ਕੇ। ਉਹ ਭਾਈ ਜਦੋਂ ਬੁੜਾ ਬੁੜੀ ਨੂੰ ਪਤਾ ਲੱਗ ਗਿਆ, ਵਾਰ 'ਚ ਜਾ ਖੜਾ ਰੱਥ, ਮੇਲਣਾ ਆਈਆਂ ਵੀ ਹੈ ਰੱਥ 'ਚ ਕੌਣ ਆਇਆ। ਜਦੋਂ ਦੇਖਿਆ ਕਿ ਤਾਂ ਕੁੜੀ ਹੈ, ਪ੍ਰਾਹੁਣਾ, ਕਾਂਠਾ ਪਾਇਆ, ਤੁਰਲੇ ਵਾਲੀ ਪੱਗ ਬੰਨੀ। ਭਾਈ ਕਹਿਣ ਵੀ ਸਵਰਨਾ ਤੇਰੇ ਬੜੇ ਤਕੜੇ ਕਰਮ ਨੇ, ਅਤੇ ਤੂੰ ਤਾਂ ਪੂਰੀ ਚੜ੍ਹਾਈ 'ਚ ਆਈ ਹੈ। ਭਾਈ ਸਾਰੀਆਂ ਕਹਿਣ ਕੋਈ ਤੁਰਦੇ ਦਾ ਲਾਗੂ ਆ, ਸਾਰੀਆਂ ਰਿਸ਼ਤੇਦਾਰਾਂ ਨੂੰ ਛੱਡ ਕੇ ਸਾਰਾ ਟੱਬਰ ਉਹਨਾਂ ਕੰਨੀ ਵੀ ਹੋ ਗਿਆ। ਸਾਹਮੋ ਪ੍ਰਾਹੁਣੇ ਨੂੰ ਦਿਓ ਪਾਣੀ। ਭਾਈ ਅੱਜ ਕੱਲ੍ਹ ਆਈ ਆ, ਮਾੜੇ ਰਿਸ਼ਤੇਦਾਰ ਨੂੰ ਤਾਂ ਕੇਰਾਂ ਸਤਿ ਸ੍ਰੀ ਅਕਾਲ ਬੁਲਾ ਕੇ ਮੁੜ ਕੇ ਬੁਲਾਉਂਦੇ ਨਹੀਂ। ਉਹ ਜਿਹੜਾ ਤਕੜਾ ਜਿਹਦੇ ਸਾਈਂ ਐਂ ਹੁੰਦਾ ਵੀ ਕੱਲ੍ਹ ਨੂੰ ਟਰੈਕਟਰ ਹੀ ਲਿਆਵਾਂਗੇ ਵਾਹਣ ਵਾਹੁਣ ਨੂੰ, ਉਹਦੇ ਉੱਤੇ ਘੁੰਮਦੇ ਨੇ। ਭਾਈ ਦੂਜੇ ਰਿਸ਼ਤੇਦਾਰਾਂ ਨੂੰ ਛੱਡ ਕੇ ਪਰਿਵਾਰ ਸਾਰਾ ਉੱਧਰ ਹੋ ਗਿਆ। ਪੂਰੀ ਇੱਜ਼ਤ ਮਾਨ ਹੋਇਆ। ਭਾਈ ਉਦੋਂ ਨਿਉਂਦਾ ਪੈਂਦਾ ਹੁੰਦਾ, ਜਦੋਂ ਨਿਉਂਦਾ ਪਾਉਣ ਲੱਗਿਆ ਉਹ ਸੱਦ ਕੇ ਅੰਦਰ, ਕਹਿੰਦੀ ਐਂ ਗੱਲ ਆ, ਕਹਿੰਦੀ ਨਿਉਂਦੇ ਦਾ ਪੂਰਾ ਵਾਧਾ ਪਾਈ। ਕਹਿੰਦਾ ਪਰਵਾਹ ਨਾ ਮੰਨ। ਭਾਈ ਜਦੋਂ ਨਿਉਂਦਾ ਪਾਇਆ, ਉਹਦਾ ਭੈਣ ਦਾ ਕੁੱਲ ਰਿਸ਼ਤੇਦਾਰਾਂ ਤੋਂ ਮੂਹਰੇ ਨਗਾਤਾ ਸਾਰਾ ਕੰਮ। ਭਾਈ ਝਾਕਣ ਲੋਕ ਵੀ ਹੈ ਕਮਾਲ ਆ, ਬੜਾ ਤਕੜਾ ਬੰਦਾ। ਉਦੋਂ ਪੈਸਾ ਬਹੁਤ ਮੁਸ਼ਕਿਲ ਬਣਦਾ ਸੀ। ਜਿੱਥੇ ਬੁੱਧੂ ਕਹਿੰਦੇ ਤੇ ਬੁੱਧੂ ਹੀ ਦੱਸਣ। ਭਾਈ ਸਾਰਾ ਸ਼ਗਨ ਮਨਾ ਮਨੂ ਕੇ ਹੱਥ ਨੇ ਗਿੱਧਾ ਪੈਣ ਲੱਗ ਗਿਆ ਰੁਪਈਏ ਛੱਟਣ। ਚਾਂਦੀ ਦੇ ਨੱਚਣ ਵਾਲੀਆਂ ਥੱਕ ਗਈਆਂ, ਰੁਪਈਏ ਛੱਟਣੋਂ ਨਾ ਹਟੇ। ਉਹ ਕਹਿੰਦੀਆਂ ਵੀ ਬਸ ਕਰ, ਅੱਜ ਤੇ ਨਹੀਂ ਸਾਥੋਂ ਨੱਤਿਆ ਜਾਣਾ। ਕਹਾਂ ਜਿੰਨਾ ਚਿਰ ਨੱਚੋਗੇ ਰੁਪਈਏ ਛੱਟੂ। ਬਈ ਬੱਲੇ ਬੱਲੇ ਹੋ ਗਈ ਪਿੰਡ 'ਚ ਵੀ ਉਹਨਾਂ ਦਾ ਪ੍ਰਾਹੁਣਾ, ਉਹ ਇੰਨੇ ਪੈਸੇ ਛੱਟਿਆ ਗਿੱਧੇ 'ਚ, ਚਾਂਦੀ ਦੇ ਭਾਂ ਦਾ ਲੋੜਾ ਲਿਆ ਤਾ। ਬਈ ਵਿਆਹ ਕੇ ਜਦੋਂ ਵਿਆਹ ਵੂ ਹੋ ਗਿਆ, ਆਪਦੇ ਪਿੰਡ ਨੂੰ ਆ ਗਏ। ਚੌਥੇ ਦਿਨ ਮੁੜੇ ਆ ਕੇ ਆਪਦੇ ਘਰੇ। ਭਾਈ ਉਹਦੇ ਭਾਈਆਂ ਨੂੰ ਵੀ ਪਤਾ ਲੱਗ ਗਿਆ, ਕਹਿੰਦੇ ਐਂ ਕਰਕੇ ਵੀ ਉਹ ਤਾਂ ਬਹੁਤ ਤਕੜਾ ਹੋ ਗਿਆ। ਉਹ ਦਿਨੋਂ ਦਿਨ ਫਿਰ ਗਰੀਬ ਹੋਣ ਲੱਗ ਗਏ। ਜਿਹੜਾ ਪਸ਼ੂ ਲੈਣ ਉਹ ਮਰ ਜੇ, ਕਿਉਂ ਜਿਹੜਾ ਪਾਪ ਕਰਿਆ ਤੀ, ਜਾਨਵਰ ਪਸ਼ੂ ਮਾਰਿਆ ਤੀ, ਦੇਣਾ ਪੈ ਗਿਆ। ਗਰੀਬੀ ਆਉਣ ਲੱਗ ਗਈ, ਉਹਦੀ ਚੜ੍ਹਾਈ ਹੋ ਗਈ। ਐਨ ਪੂਰੇ ਜਮੈਣ ਮੁੱਠੀ ਦੇ ਵੇਚਦੇ ਹੋ ਗਏ। ਲੋਕ ਕਹਿੰਦੇ ਤੁਹਾਡਾ ਭਾਈ ਇੰਨਾ ਤਕੜਾ ਹੈ, ਤੁਸੀਂ ਉਹ ਤੋਂ ਮਦਦ ਤੇ ਲੈ ਲਓ। ਕਹਿੰਦੇ ਕਿਵੇਂ, ਕਿਹੜੇ ਮੂੰਹ ਨਾਲ ਮੰਗਾਂਗੇ, ਇਸ ਤਾਂ ਘਰ ਫੂਕਤਾ, ਜਾੜਤਾ, ਤੀਵੀਂ ਮਾਰਤੀ, ਉਹਦੀ ਬੁਰੇ ਹਾਲ ਕਰਤੇ ਤੀ। ਕਹਿੰਦੇ ਪਰ ਕੁਦਰਤ ਨੇ ਸਾਥੋਂ ਫੇਰ ਪੂਰੇ ਨੰਗਾਤਾ, ਅਸੀਂ ਨਹੀਂ ਉਹਦੇ ਜਾਂਦੇ ਹੁਣ, ਕਿਵੇਂ ਜਾਵਾਂਗੇ। ਕਹਿੰਦੇ ਤੁਸੀਂ ਵਗ ਜਾਓ, ਫੇਰ ਵੀ ਤੁਹਾਨੂੰ ਕਹਿੰਦੇ ਨਾ ਵੀ ਅਸੀਂ ਤਾਂ ਨਹੀਂ ਜਾਂਦੇ। ਤੀਵੀਆਂ ਨੂੰ ਕਹਿੰਦੇ ਤੁਸੀਂ ਵਗ ਜਾਓ। ਕਹਿੰਦੀ ਕਿਵੇਂ ਵਗ ਜਾਈਏ। ਕਹਿੰਦੀ ਤੁਸੀਂ ਤਾਂ ਉਹਨੂੰ ਜਾੜਤਾ ਤੀ, ਸਾਡੇ ਵੀ ਛਿੱਤਰ ਪਵਾਓਗੇ ਤੁਸੀਂ, ਹੁਣ ਤਾਂ ਚੁੱਪ ਕਰਕੇ ਸੀਰ ਕਰੋ, ਅਸੀਂ ਗੋਹਾ ਛੱਟਾਂਗੇ ਲੋਕਾਂ ਦਾ। ਇਹ ਵੀ ਇੰਨਾ ਜਿਹਦੇ ਬੰਦਾ ਸੱਚ 'ਤੇ ਖੜ੍ਹਾ ਹੈ, ਆਪਦੀ ਮਿਹਨਤ 'ਤੇ ਖੜ੍ਹਾ, ਰੱਬ ਦੀ ਕਮਾਈ ਕਰਦਾ, ਉਹ ਦਿੰਦਾ ਹੈ। ਹਾਂਜੀ, ਕੈਮਰੇ 'ਚ ਲੱਗੇ।